नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स ਵਿੱਚ मैं हाँ तरनजीत कौर ਘੁੰਮਣ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਮੰਗਲਵਾਰ ਨੂੰ ਅਸੀਂ ਹਾਜ਼ਰ ਹੁੰਦੇ ਹਾਂ ਟੋਰਾਂਟੋ ਸਮੇਂ ਦੇ ਮੁਤਾਬਿਕ 3 ਵਜੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਅਪਡੇਸ਼ਨ ਲੈ ਕੇ। ਸੋ ਜੇਕਰ ਤੁਹਾਡਾ ਕੋਈ ਸਵਾਲ ਆ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਸਾਨੂੰ ਅੱਜ ਦੇ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਸਾਡਾ ਲਾਈਵ ਪ੍ਰੋਗਰਾਮ ਹੈ। ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰਾਂਗੇ। ਮੇਨ ਫੋਕਸ ਸਾਡਾ ਅੱਜ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਰਹੇਗਾ। ਖਾਸ ਤੌਰ ਤੇ ਯੂਨੀਵਰਸਿਟੀਜ਼ ਵੱਲੋਂ ਜਾਂ ਕਾਲਜਸ ਵੱਲੋਂ ਜੋ ਪਲਾਨ ਸਰਕਾਰ ਨੂੰ ਸੌਂਪੇ ਜਾ ਰਹੇ ਨੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਵੀ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਦੀ ਜੋ ਤਾਜ਼ਾ ਅਪਡੇਸ਼ਨ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ, ਸਰਕਾਰ ਰੂਲਸ ਵੀ ਚੇਂਜ ਕਰੀ ਜਾ ਰਹੀ ਹੈ, ਮੌਸਮ ਵੀ ਚੇਂਜ ਹੋ ਰਿਹਾ, ਪਰ ਦੇਖ ਰਹੇ ਹਾਂ ਇਸ ਵਕਤ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਬੜਾ ਕੁਐਸਚਨ ਮਾਰਕ ਇਸ ਵਕਤ ਨਜ਼ਰ ਆ ਰਿਹਾ। ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ। ਇੱਕ ਪਾਸੇ ਕਾਲਜਸ ਜਿਹੜੇ ਆ ਸਰਕਾਰ ਨੂੰ ਕਹਿਣ ਦੇ ਮੁਤਾਬਿਕ ਪਲਾਨਸ ਦੇ ਰਹੇ ਨੇ, ਦੂਜੇ ਪਾਸੇ ਸਟੂਡੈਂਟਸ ਕਹਿ ਰਹੇ ਨੇ ਕਿ ਜਿਹੜੀਆਂ ਯੂਨੀਵਰਸਿਟੀਜ਼ ਨੇ ਸਾਨੂੰ ਲੈਟਰ ਨਹੀਂ ਦੇ ਰਹੀਆਂ ਹੈਗੀਆਂ ਜਿਹਦੇ ਨਾਲ ਅਸੀਂ ਇੱਥੇ ਪਹੁੰਚ ਸਕੀਏ। ਸੋ ਬੜੀ ਇਸ ਵਕਤ ਹੋਸ਼-ਪੋਸ਼ ਦੀ ਸਥਿਤੀ ਬਣੀ ਹੋਈ ਆ, ਕੀ ਕਹੋਗੇ? ਬਿਲਕੁਲ ਤਰਨ, ਉਹ ਇੱਕ ਕਾਫੀ ਇਹਦੇ ਚ ਸਵਾਲ ਨੇ। ਜਿਵੇਂ ਤੁਸੀਂ ਇੱਕ ਸਵਾਲ ਪੁਆਇੰਟ ਆਊਟ ਕੀਤਾ ਕਿ ਉਹ ਉਹਨਾਂ ਨੂੰ ਚਿੱਠੀ ਨਹੀਂ ਦੇ ਰਹੇ, ਇਹ ਬਹੁਤ ਵੱਡਾ ਕਨਫਿਊਜ਼ਨ ਹੈਗਾ। ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਲਾਸਟ ਵੀਕ ਪ੍ਰੋਗਰਾਮ ਕਰ ਰਹੇ ਸੀ ਉਦੋਂ ਆਪਾਂ ਗੱਲ ਕੀਤੀ ਸੀ ਕਿ ਉਦੋਂ ਤੱਕ ਕੋਈ ਲਿਸਟ ਜਾਰੀ ਨਹੀਂ ਹੋਈ ਸੀ। ਲਿਸਟ ਜਾਰੀ ਹੋਣੀ ਚਾਹੀਦੀ ਸੀ ਪਰ ਨਹੀਂ ਹੋਈ ਸੀ, ਪਰ ਉਹ ਤੋਂ 2 ਦਿਨ ਬਾਅਦ ਉਹ ਲਿਸਟ ਜਾਰੀ ਹੋ ਗਈ ਸੀਗੀ। ਸੋ ਲਿਸਟ ਦੇ ਵਿੱਚੋਂ ਉਹ ਹੈਗਾ ਕਿ ਇਹਨਾਂ ਕਾਲਜਸ, ਯੂਨੀਵਰਸਿਟੀਜ਼ ਜਾਂ ਸਕੂਲ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਉਹ ਆ ਕੇ ਕੈਨੇਡਾ ਦੇ ਵਿੱਚੋਂ ਇਨ ਕਲਾਸ ਹੈ ਜਿਹੜੀ ਪੜ੍ਹਾਈ ਉਹ ਕਰ ਸਕਦੇ ਹੈਗੇ ਆ। ਸੋ ਉਹਦੇ ਲਈ ਜਿਹੜਾ ਇੱਕ ਕੰਪਰੀਹੈਂਸਿਵ ਪਲਾਨ ਹੈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈਗਾ। ਸਭ ਤੋਂ ਪਹਿਲਾਂ ਤਾਂ ਉਹਦੇ 'ਚ ਹੈਗਾ ਕਿ ਜਿਹੜਾ ਸਕੂਲ, ਕਾਲਜ, ਯੂਨੀਵਰਸਿਟੀ ਹੈਗਾ ਉਹਨੇ ਇੱਕ ਹੈਲਥ ਕੇਅਰ ਪਲਾਨ, ਇੱਕ ਕੰਪਰੀਹੈਂਸਿਵ COVID-19 ਦੀ ਸਪਰੈਡ ਨੂੰ ਰੋਕਣ ਵਾਲਾ ਪਲਾਨ ਹੈ ਉਹ ਪਬਲਿਕ ਹੈਲਥ ਮਹਿਕਮੇ ਤੋਂ ਮਨਜ਼ੂਰ ਕਰਾਉਣਾ। ਸੋ ਸਭ ਤੋਂ ਪਹਿਲਾਂ ਤਾਂ ਮਨਜ਼ੂਰੀ ਲਓਗੇ ਜਿਹੜਾ ਪਬਲਿਕ ਹੈਲਥ ਮਹਿਕਮਾ ਹੈਗਾ। ਪਬਲਿਕ ਹੈਲਥ ਮਹਿਕਮੇ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਇਮੀਗ੍ਰੇਸ਼ਨ ਮਹਿਕਮੇ ਨੂੰ ਦੇਣਗੇ। ਇਮੀਗ੍ਰੇਸ਼ਨ ਮਹਿਕਮਾ ਉਹ ਲਿਸਟ ਦੇ ਉੱਤੇ ਪਾਊਗਾ ਕਿ ਆਹ ਸਕੂਲ, ਕਾਲਜ, ਯੂਨੀਵਰਸਿਟੀਜ਼ ਜਿਹੜੇ ਮਨਜ਼ੂਰ ਹੈਗੇ ਨੇ, ਇਹਨਾਂ ਦੇ ਸਟੂਡੈਂਟਸ ਨੂੰ ਇਜਾਜ਼ਤ ਹੈ ਜੇ ਉਹਨਾਂ ਕੋਲ ਵੀਜ਼ਾ ਹੈਗਾ ਤਾਂ ਉਹ ਕੈਨੇਡਾ ਆ ਕੇ ਪੜ੍ਹ ਸਕਦੇ ਹੈਗੇ ਆ। ਸੋ ਇਹ ਪ੍ਰੋਸੈਸ ਹੈ ਜਿਹੜਾ ਚੱਲਦਾ ਰਿਹਾ ਤੇ ਇਹਦੇ ਵਿੱਚੋਂ ਮੈਂ ਦੱਸਣਾ ਚਾਹੂੰਗਾ ਕਿ ਓਨਟਾਰੀਓ ਦੇ ਵਿੱਚੋਂ ਸਿਰਫ 14 ਇੰਸਟੀਟਿਊਸ਼ਨਸ ਨੂੰ ਮਨਜ਼ੂਰੀ ਮਿਲੀ ਹੈਗੀ ਹੈ ਜੀ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ ਸਾਡੇ ਨਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ? ਰਜਾਈਨਾ ਤੋਂ ਬੋਲਦੇ ਹਾਂ ਅਸੀਂ। ਸਾਡੀ ਜਨਵਰੀ ਦੇ ਵਿੱਚ 4 ਜਨਵਰੀ ਨੂੰ ਡਾਕਟਰੀ ਹੋਈ ਸੀਗੀ ਤੇ ਹੁਣ ਅਸੀਂ ਸੁਪਰਵਾਈਜ਼ਰ ਤੇ ਆਏ। ਇੱਥੇ ਕੁਝ ਪਤਾ ਨਹੀਂ ਲੱਗਾ ਜੀ। ਉਹ ਕਿਹੜੇ ਕੇਸ ਦੇ ਵਿੱਚੋਂ ਡਾਕਟਰੀ ਹੋਈ ਸੀ ਜੀ? ਜਿਹੜੀ ਉਹ ਪੱਕੇ ਤੌਰ ਤੇ ਭਰਿਓ ਸੀ 2010 ਦੇ ਸੀ। ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਡਾਕਟਰੀ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੇ ਕੇਸ ਤੇ ਮਨਜ਼ੂਰੀ ਹੋ ਰਹੀ ਹੈ, ਉਹ ਤਾਂ ਇੱਕ ਚਿੱਠੀ ਹੈਗੀ ਹੈ। ਸੋ ਜੋ ਸਾਲ ਖਤਮ ਹੋ ਜਾਊਗਾ ਫਿਰ ਤੁਹਾਨੂੰ ਚਿੱਠੀ ਦੁਬਾਰੇ ਆ ਸਕੂਗੀ। ਦੂਜਾ ਇਹਨਾਂ ਦੱਸਿਆ ਕਿ ਉਹ 2010 ਦੇ ਵਿੱਚ ਉਹਨਾਂ ਨੇ ਅਪਲਾਈ ਕੀਤਾ ਸੀ। ਸੋ 2010 ਨੂੰ ਤਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਜੀ, 10 ਸਾਲ ਬੀਤ ਚੁੱਕੇ ਹੈਗੇ ਨੇ। ਸੋ ਉਹਨਾਂ ਦੇ ਕੇਸ ਦੇ ਵਿੱਚੋਂ ਕੋਈ ਨਾ ਕੋਈ ਇਸ਼ੂਜ਼ ਚੱਲ ਰਹੀਆਂ ਨੇ। ਸੋ ਉਹਦੀ ਜ਼ਿਆਦਾ ਜਾਣਕਾਰੀ ਲਈ ਉਹ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਕਾਨੂੰਨ ਹੈ ਉਹਦੀ ਵਰਤੋਂ ਕਰ ਸਕਦੇ ਨੇ, ਜਿੱਥੇ ਸਰਕਾਰ ਪੂਰੀ ਫਾਈਲ ਦੀ ਕਾਪੀ ਪ੍ਰੋਵਾਈਡ ਕਰ ਸਕਦੀ ਹੈ। ਤੋਂ ਬਾਅਦ ਜਾਣਕਾਰੀ ਲੈ ਸਕਦੇ ਹਾਂ। ਮੈਂ ਕਾਲਰ ਨੂੰ ਕਹੂੰਗਾ ਸਾਡੇ ਆਫਿਸ ਨੂੰ ਕੰਟੈਕਟ ਕਰਨ ਜੀ, ਉਹ ਮੇਰੇ ਨਾਲ ਉਹਨਾਂ ਦੀ ਅਪਾਇੰਟਮੈਂਟ ਬਣਾ ਦੇਣਗੇ ਤੇ ਉਹ ਤੋਂ ਬਾਅਦ ਫਿਰ ਗੱਲ ਕਰ ਸਕਦੇ ਜੀ। ਬਿਲਕੁਲ। ਤੇ ਇੱਕ ਦਰਸ਼ਕ ਹੋਰ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ ਸਰ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਦੱਸੋ ਕੀ ਸਵਾਲ ਹੈ ਤੁਹਾਡਾ? ਜੇ ਮੇਰਾ ਐਕਚੁਅਲੀ ਬ੍ਰਦਰ ਆਇਆ ਹੋਇਆ, ਉਹ ਨਾ ਵਿਜ਼ਟਰ ਵੀਜ਼ੇ ਤੇ ਆਇਆ ਹੋਇਆ ਸੀਗਾ ਤੇ ਸਾਡੇ ਕੋਲ LMI ਆਈ ਹੋਈ ਸੀ ਕਿ ਜਿਹੜਾ ਉਹ ਅਗਸਤ ਦੇ ਵਿੱਚ 24 ਅਗਸਤ ਤੋਂ ਬਾਅਦ ਜਿਹੜੇ ਅਪਲਾਈ ਕਰ ਸਕਦੇ ਆ ਵਰਕ ਪਰਮਿਟ। ਜੇ ਸਾਡੇ ਕੋਲ LMI ਹੈ ਜੀ। ਸਵਾਲ ਪੁੱਛਦੇ ਜਾਓ ਜੀ, ਬੋਲਦੇ ਜਾਓ। ਹਾਂਜੀ, ਉਹ LMI ਹੈ ਸਾਡੇ ਕੋਲੇ ਤੇ ਅਸੀਂ ਉਹਨੂੰ ਮਤਲਬ ਕਿ ਆਪਣਾ ਵਰਕ ਵੀਜ਼ੇ ਵਿੱਚ ਕਨਵਰਟ ਕਰਾਉਣਾ ਚਾਹੁੰਦੇ ਆ, ਪਰ ਅਸੀਂ ਐਕਸਟੈਂਸ਼ਨ ਲਾਈ ਹੈ। ਸਾਡੀ ਐਕਸਟੈਂਸ਼ਨ ਦੀ ਅਪਰੂਵਲ ਨਹੀਂ ਆਈ ਹੈ ਤੇ ਉਹਦਾ ਸਟੇਟਸ 24 ਅਗਸਤ ਨੂੰ ਉਹਦਾ ਕੀ ਸਟੇਟਸ ਸੀਗਾ? 24 ਅਗਸਤ ਨੂੰ ਅਸੀਂ ਅਪਲਾਈਡ ਸੀਗਾ। ਮਤਲਬ ਕਿ ਜੁਲਾਈ 'ਚ ਅਸੀਂ ਐਕਸਟੈਂਸ਼ਨ ਲਾਈ ਸੀ ਤੇ ਹਜੇ ਤੱਕ ਕੁਝ ਨਹੀਂ ਆਇਆ ਹੈਗਾ। ਉਹਨਾਂ ਨੇ ਬਾਇਓਮੈਟ੍ਰਿਕ ਮੰਗੇ ਸੀ, ਜਾਨੂੰ ਬਾਇਓਮੈਟ੍ਰਿਕ ਪਾ ਦਿਓ। ਟੈਕਨੀਕਲੀ ਜੇ ਉਹਨਾਂ ਦਾ 24 ਅਗਸਤ ਨੂੰ ਸਟੇਟਸ ਵੈਲਿਡ ਨਹੀਂ ਸੀ ਫਿਰ ਤੁਸੀਂ ਅਰਜ਼ੀ ਨਹੀਂ ਲਾ ਸਕੋਗੇ ਜੀ। ਸੋ ਜਦੋਂ ਤੱਕ ਉਹਨਾਂ ਦਾ ਸਟੇਟਸ ਵੈਲਿਡ ਨਹੀਂ ਹੋ ਜਾਂਦਾ ਉਦੋਂ ਤੱਕ ਅਰਜ਼ੀ ਨਹੀਂ ਲਾ ਸਕਣਗੇ।
ਤੇ ਦੂਜਾ ਤੁਹਾਡਾ ਜਿਹੜਾ ਟਾਈਮ ਹੈਗਾ ਉਹ ਤੁਹਾਡੇ ਕੋਲ ਮਾਰਚ 2021 ਤੱਕ ਦਾ ਹੈਗਾ। ਜੇ ਮਾਰਚ 2021 ਤੱਕ ਇਹ ਕੇਸ ਦਾ ਫੈਸਲਾ ਨਹੀਂ ਆਉਂਦਾ ਤਾਂ ਫਿਰ ਉਹ ਵਰਕ ਪਰਮਿਟ ਦੀ ਐਪਲੀਕੇਸ਼ਨ ਵਿਦਨ ਕੈਨੇਡਾ ਨਹੀਂ ਲਾ ਸਕਦੇ। ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਇਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ 14 ਜਿਹੜੀਆਂ ਓਨਟਾਰੀਓ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਬਿਲਕੁਲ। ਸੋ 14 ਇੰਸਟੀਟਿਊਸ਼ਨਸ ਨੂੰ ਜਿਹੜੀ ਮਨਜ਼ੂਰੀ ਹੈ ਉਹ ਦਿੱਤੀ ਗਈ ਹੈ। ਉਹਦੇ ਚੋਂ ਜੇ ਆਪਾਂ ਕਾਲਜਸ ਦੀ ਗੱਲ ਕਰੀਏ ਬਹੁਤ ਸਾਰੇ ਸਟੂਡੈਂਟ ਕਾਲਜਸ ਦੇ ਵਿੱਚ ਆਉਂਦੇ ਨੇ। ਉਹਦੇ ਚੋਂ ਡਰਹਮ ਕਾਲਜ, ਸੈਂਟੇਨੀਅਲ ਕਾਲਜ ਤੇ ਸੈਨੇਕਾ ਕਾਲਜ ਹੀ ਨੇ। ਸੋ ਸ਼ਰਡਨ ਕਾਲਜ ਉਹਦੇ ਵਿੱਚ ਨਹੀਂ ਹੈਗਾ, ਹੰਬਰ ਕਾਲਜ ਉਹਦੇ ਵਿੱਚ ਨਹੀਂ ਹੈਗਾ। ਤੇ ਇਹਦੇ ਨਾਲ ਯੂਨੀਵਰਸਿਟੀ ਟੋਰਾਂਟੋ, ਅਲਗੋਮਾ ਯੂਨੀਵਰਸਿਟੀ, ਯਾਰਕ ਯੂਨੀਵਰਸਿਟੀ, ਇਸ ਤੋਂ ਇਲਾਵਾ ਹੋਰ ਵੀ ਯੂਨੀਵਰਸਿਟੀਜ਼ ਹੈਗੀਆਂ ਤੇ ਵਿਲਫਰਡ ਲਾਰੀਆ ਯੂਨੀਵਰਸਿਟੀ ਇਨ ਪ੍ਰੋਸੈਸ ਹੈ ਮਨਜ਼ੂਰੀ ਲੈਣ ਦੇ। ਸੋ ਦੂਜੀ ਜਿਹੜਾ ਕਿਬੈਕ ਹੈਗਾ, ਸੋ ਉਹਦੇ ਚ ਨੰਬਰਸ ਨੂੰ ਆਪਾਂ ਕੰਪੇਅਰ ਕਰੀਏ ਤੇ 425 ਤੋਂ ਜ਼ਿਆਦਾ ਇੰਸਟੀਟਿਊਸ਼ਨਸ ਨੂੰ ਆਲਰੇਡੀ ਮਨਜ਼ੂਰੀ ਹੈ ਜਿਹੜੀ ਉਹ ਮਿਲ ਗਈ ਹੋਈ ਹੈ। ਸੋ ਕਿੱਥੇ 14 ਤੇ ਕਿੱਥੇ 425, ਬਹੁਤ ਜ਼ਿਆਦਾ ਫਰਕ ਹੈ ਜੀ। ਐਲਬਰਟਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ 39 ਈਚ ਇੰਸਟੀਟਿਊਸ਼ਨਸ ਨੂੰ ਜਿਹੜਾ ਹੈਗਾ 39 ਇੰਸਟੀਟਿਊਸ਼ਨਸ ਨੂੰ ਮਨਜ਼ੂਰੀ ਮਿਲੀ ਹੈ। 39 ਨੂੰ ਇਹ ਮਿਲੀ ਹੈ ਬ੍ਰਿਟਿਸ਼ ਕੋਲੰਬੀਆ ਚੋਂ, 39 ਨੂੰ ਮਿਲੀ ਹੈ ਐਲਬਰਟਾ ਦੇ ਵਿੱਚੋਂ। ਤੇ ਯੂਕੌਨ ਦੇ ਵਿੱਚੋਂ ਇੱਕੋ ਹੀ ਯੂਨੀਵਰਸਿਟੀ ਆਫ ਯੂਕੌਨ ਨੂੰ ਹੀ ਮਿਲੀ ਹੈ, ਹੋਰ ਕਿਸੇ ਨੂੰ ਨਹੀਂ ਮਿਲੀ ਹੈਗੀ ਜੀ। ਸੋ ਇਹ ਜਿਹੜੀ ਮਨਜ਼ੂਰੀ ਹੈਗੀ ਹੈ, ਜਦੋਂ ਇਹ ਮਨਜ਼ੂਰੀ ਮਿਲ ਜਾਣੀ ਹੈ ਤਾਂ ਯੂਨੀਵਰਸਿਟੀ ਸਕੂਲ ਨੇ ਕੋਈ ਚਿੱਠੀ ਨਹੀਂ ਦੇਣੀ ਤਾਂ ਉਹਨਾਂ ਨੇ ਕੋਈ ਵੀ ਚਿੱਠੀ ਸਟੂਡੈਂਟ ਨੂੰ ਨਹੀਂ ਦੇਣੀ ਹੈਗੀ ਹੈ। ਪ੍ਰੋਸੈਸ ਇਹ ਹੈਗਾ ਕਿ ਜਦੋਂ ਤੁਹਾਡਾ ਜਿਹੜਾ ਇੰਸਟੀਟਿਊਸ਼ਨ ਹੈਗਾ ਉਹ DLI ਜਿਹੜੇ ਮਨਜ਼ੂਰਸ਼ੁਦਾ ਪਬਲਿਕ ਹੈਲਥ ਵੱਲੋਂ DLI ਹੈਗੇ ਨੇ, ਜੇ ਉਹਦੇ ਤੋਂ ਆ ਜਾਂਦਾ ਫਿਰ ਪ੍ਰੋਸੈਸ ਇਹ ਹੈਗਾ ਕਿ ਤੁਸੀਂ ਉਹ ਮਨਜ਼ੂਰੀ ਲੈਣ ਲਈ ਕੁਆਰੰਟੀਨ ਪਲਾਨ ਹੈਗਾ ਜਿਹੜਾ ਉਹ ਦੇਣਾ ਤੇ ਉਹ ਤੋਂ ਬਾਅਦ ਇਮੀਗ੍ਰੇਸ਼ਨ ਮਹਿਕਮੇ ਨੂੰ ਲਿਖਣਾ ਹੈਗਾ। ਉਹ ਕੁਆਰੰਟੀਨ ਪਲਾਨ ਦੇਖ ਕੇ ਤੇ ਕਰੰਟਲੀ ਉਹ DLI ਉਹ ਮਨਜ਼ੂਰਸ਼ੁਦਾ ਲਿਸਟ ਤੇ ਹੈਗਾ, ਉਹ ਤੋਂ ਬਾਅਦ ਤੁਹਾਨੂੰ ਅਪਰੂਵਲ ਲੈਟਰ ਉਹ ਦੇਣਗੇ ਜੀ। ਉਸ ਤੋਂ ਬਾਅਦ ਤੁਸੀਂ ਕੈਨੇਡਾ ਜਿਹੜਾ ਆ ਸਕਦੇ ਹੋ। ਸੋ ਸਿੰਪਲੀ ਇਹ ਨਹੀਂ ਹੈਗਾ ਕਿ ਲਿਸਟ ਤੇ ਨਾ ਆ ਗਿਆ ਤੇ ਹੁਣ ਮੈਂ ਜਾ ਸਕਦਾ, ਇਦਾਂ ਨਹੀਂ ਹੈਗਾ। ਉਹ ਤੋਂ ਬਾਅਦ ਵੀ ਤੁਹਾਨੂੰ ਇੱਕ ਕੰਪਰੀਹੈਂਸਿਵ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਦੇਣਾ ਪੈਣਾ ਹੈਗਾ। ਓਨਟਾਰੀਓ ਦੇ ਵਿੱਚ ਇੱਕ ਹੋਰ ਕਾਰਨ ਹੈਗਾ ਜਿਹਦੇ ਕਰਕੇ ਇੰਨੀ ਡਿਲੇ ਹੋ ਰਹੀ ਹੈ। ਇੱਥੇ ਯੂਨੀਵਰਸਿਟੀ ਆਫ ਹਾਇਰ ਐਜੂਕੇਸ਼ਨ, ਉਹ ਤੋਂ ਬਾਅਦ ਪਬਲਿਕ ਹੈਲਥ ਤੇ ਫਿਰ ਓਨਟਾਰੀਓ ਹੈਲਥ ਡਿਪਾਰਟਮੈਂਟ, ਇਹ ਸਾਰੇ ਇਨਵੋਲਵਡ ਨੇ। ਸੋ ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਤੀਜੀ ਮਨਜ਼ੂਰੀ ਮਿਲਣ ਤੱਕ ਜਾਂਦਾ, ਕਿਉਂਕਿ ਜਿਹੜੇ ਓਨਟਾਰੀਓ ਗਵਰਨਮੈਂਟ ਹੈ ਇੱਥੇ ਨੰਬਰਸ ਬਹੁਤ ਜ਼ਿਆਦਾ ਕੋਵਿਡ ਦੇ ਇਨਕਰੀਜ਼ ਹੋ ਰਹੇ ਨੇ। ਸੋ ਉਨਾ ਹੀ ਉਹ ਜ਼ਿਆਦਾ ਧਿਆਨ ਰੱਖਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਰ ਰਹੇ ਨੇ ਜੀ। ਤੇ ਇਸੇ ਕਰਕੇ ਹੀ ਵਿਲਫਰਡ ਲਾਰੀਆ ਯੂਨੀਵਰਸਿਟੀ ਜਿਹੜੀ ਹੈਗੀ ਆ ਉਹਨਾਂ ਨੂੰ ਹਾਲੇ ਮਨਜ਼ੂਰੀ ਨਹੀਂ ਮਿਲੀ ਹੈਗੀ ਆ, ਉਹ ਵੀ ਪਲਾਨ ਦੇ ਵਿੱਚੋਂ ਲੱਗ ਰਹੇ ਨੇ। ਸੋ ਜਿਹੜਾ ਪਲਾਨ ਹੈਗਾ ਬਹੁਤ ਜ਼ਿਆਦਾ ਕੰਪਰੀਹੈਂਸਿਵ ਹੈਗਾ। ਜੇ ਆਪਾਂ ਨੰਬਰਸ ਦੇਖੀਏ, ਹਰ ਸਾਲ ਕਰੀਬਨ 6 ਲੱਖ ਸਟੂਡੈਂਟ ਹੈ ਕੈਨੇਡਾ ਦੇ ਵਿੱਚੋਂ ਆਉਂਦਾ ਹੈਗਾ, ਜਿਹਦੇ ਚੋਂ 2.5 ਲੱਖ ਹੈ ਉਹ ਓਨਟਾਰੀਓ ਦੇ ਵਿੱਚ ਆਉਂਦਾ। ਸਿਰਫ ਮੈਂ ਉਹੀ ਕੁਐਸਚਨ ਕਰਨ ਲੱਗੀ ਸੀ ਕਿ ਸਿਰਫ 14 ਜਿਹੜੀਆਂ ਕਾਲਜਾਂ ਨੂੰ ਇਹਨਾਂ ਨੇ ਕਿਹਾ ਵਾ ਕਿ ਤੁਸੀਂ ਬੁਲਾ ਸਕਦੇ ਹੋ, ਪਰ ਜਿੰਨਾ ਆંકੜਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਦਾ ਕਿਤੇ ਜ਼ਿਆਦਾ ਆ, ਬਹੁਤ ਜ਼ਿਆਦਾ। तो ਇਹ ਵੀ ਇੱਕ ਕਾਰਨ ਹੈਗਾ ਜਿੱਥੇ ਕਿ ਲੋਕ ਘੱਟ ਆਉਣਗੇ ਜੀ। ਹੁਣ ਜੇ ਆਪਾਂ 2.5 ਲੱਖ ਲੋਕਾਂ ਨੂੰ ਪੰਪ ਇਨ ਕਰ ਦਈਏ ਤਾਂ ਆਫ ਕੋਰਸ ਉਹਦੇ ਨਾਲ ਨੰਬਰਸ ਵੱਧ ਜਾਣਗੇ ਜੇ ਅੰਟਿਲ ਅਨਲੈਸ ਉੱਥੇ ਪ੍ਰੋਪਰ ਪਲਾਨ ਨਹੀਂ ਹੋਊਗਾ। ਇੱਕ ਦੂਜਾ ਸਭ ਤੋਂ ਜੇ ਇਹਨੂੰ ਹੋਰ ਕੰਸਾਈਜ਼ ਕਰਕੇ ਦੇਖੀਏ ਕੱਲ ਨੂੰ ਤਾਂ ਉਹ ਹੈਗਾ ਕਿ ਮਿਸਿਸਾਗਾ ਤੇ ਬਰੈਂਪਟਨ ਦੇ ਵਿੱਚ ਹੋਈ ਸਭ ਤੋਂ ਵੱਧ ਇੰਸਟੀਟਿਊਸ਼ਨਸ ਹੈਗੇ ਨੇ ਜਿੱਥੋਂ ਇੰਟਰਨੈਸ਼ਨਲ ਸਟੂਡੈਂਟਸ ਪੜ੍ਹਦੇ ਆ ਜੀ। ਉਹਦਾ ਕਾਰਨ ਇਹ ਹੈਗਾ ਕਿ ਬਾਹਰ ਜਿਹੜੇ ਸਕੂਲ ਕਾਲਜਸ ਨੇ ਉਹਨਾਂ ਨੇ ਆਪਣੇ ਕੈਂਪਸ ਇੱਥੇ ਬਰੈਂਪਟਨ ਦੇ ਵਿੱਚ ਖੋਲੇ ਹੋਏ ਨੇ, ਜਿਵੇਂ ਸਡਬਰੀ ਕਾਲਜ ਹੈਗਾ ਜਿਹੜਾ ਉਹਨਾਂ ਨੇ ਆਪਣਾ ਕੈਂਪਸ, ਕੈਂਬਰੀਅਨ ਕਾਲਜ ਨੇ ਆਪਣਾ ਕੈਂਪਸ ਖੋਲਿਆ ਇੱਥੇ, ਸੇਂਟ ਕਲੇਅਰ ਕਾਲਜ ਨੇ ਖੋਲਿਆ, ਫੈਨਸ਼ਾਅ ਕਾਲਜ ਲੰਡਨ ਨੇ ਖੇਡੇਗਾ, ਥੰਡਰ ਬੇ ਨੇ ਇੱਥੇ ਖੋਲਿਆ ਹੈਗਾ। ਪਰ ਉਹ ਕੈਂਪਸਿਸ ਬਹੁਤ ਵੱਡੇ ਨਹੀਂ ਹੈਗੇ, ਉਹ ਛੋਟੇ ਛੋਟੇ ਕੈਂਪਸ ਨੇ, ਕੋਈ 2 ਕਮਰੇ ਦਾ, ਕੋਈ 3 ਕਮਰੇ ਦਾ। ਸੋ ਹੁਣ ਉਹਦੇ ਵਿੱਚੋਂ ਕੀ ਕੰਪਰੀਹੈਂਸਿਵ ਪਲਾਨ ਉਹ ਪ੍ਰੋਵਾਈਡ ਕਰ ਦੇਣਗੇ? ਉਹ ਦਿਖਾਏ ਇਦਾਂ ਜਾਂਦੇ ਨੇ ਕਿ ਉਹ ਸਟੂਡੈਂਟ ਸੇਂਟ ਕਲੇਅਰ ਕਾਲਜ ਦਾ ਹੈ ਜਾਂ ਉਹ ਥੰਡਰ ਬੇ ਦਾ ਹੈ ਜਾਂ ਉਹ ਸਡਬਰੀ ਦਾ, ਪਰ ਉਹ ਐਕਚੁਅਲੀ ਪੜ੍ਹ ਇੱਥੇ ਰਹੇ ਹੁੰਦੇ ਨੇ। ਸੋ ਜੇ ਇੱਥੇ ਮਨਜ਼ੂਰੀ ਨਹੀਂ ਮਿਲੂਗੀ ਉਹ ਆ ਕੇ ਇੱਥੇ ਕਿਵੇਂ ਪੜ੍ਹਨਗੇ ਜੀ। ਸੋ ਇਹ ਵੀ ਇੱਕ ਸ਼ਾਇਦ ਇੱਕ ਨਵਾਂ ਪ੍ਰੈਸੀਡੈਂਸ ਹੈ ਜਿਹੜਾ ਉਹ ਸੈਟਅਪ ਕਰੂਗਾ ਹੁਣ, ਕਿਉਂਕਿ ਜੇ ਉਹ ਨਹੀਂ ਕਾਰਵਾਈ ਕਰ ਸਕਣਗੇ, ਚੱਲਣਗੇ ਨਹੀਂ, ਪੜ੍ਹਾਈ ਨਹੀਂ ਕਰਾ ਸਕਣਗੇ, ਸ਼ਾਇਦ ਉਹ ਇੰਸਟੀਟਿਊਸ਼ਨਸ ਵੀ ਆਉਣ ਵਾਲੇ ਸਮੇਂ 'ਚ ਆਪਾਂ ਦੇਖਾਂਗੇ ਕੋ ਬੰਦ ਹੋ ਜਾਣਗੇ ਕਿਉਂਕਿ ਉਹ ਵਾਇਬਿਲਿਟੀ ਨਹੀਂ ਰਹਿਣੀ। ਹੁਣ ਜਿਹੜਾ ਇਸ ਵੇਲੇ ਸਰਕਮਸਟੈਂਸਸ ਨੇ ਉਹ ਇਹ ਹੈਗੀਆਂ ਨੇ ਕਿ ਜਿਹੜੇ ਸਟੂਡੈਂਟ ਨੇ ਹੁਣ ਆ ਜਿਹੜਾ ਫਾਲ ਸੈਸ਼ਨ ਹੈ 2020 ਦਾ ਸੈਪਟੈਂਬਰ ਤੋਂ ਦਸੰਬਰ, ਜਿਹੜੇ ਇਹ ਬਾਹਰ ਪੜ੍ਹ ਲੈਣਗੇ ਇਹਨਾਂ ਲਈ ਤਾਂ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ
ਮਿਲ ਜੂਗਾ। ਓਕੇ, ਪਰ ਜਨਵਰੀ ਤੋਂ ਅੱਗੇ ਦੀ ਹਾਲੇ ਤੱਕ ਕੋਈ ਪਲਾਨ ਹੈ ਜਿਹੜੀ ਉਹ ਨਹੀਂ ਦਿੱਤੀ ਹੈਗੀ ਹੈ। ਸੋ ਕੀ ਜਿਹੜੇ ਹੁਣ ਜਨਵਰੀ ਦੇ ਵਿੱਚ ਐਡਮਿਸ਼ਨ ਹੋਊਗੇ ਕੀ ਉਹ ਇੱਥੇ ਪੜ੍ਹਨ ਲਈ ਆ ਪਾਉਣਗੇ? ਜੇ ਉਹ ਨਹੀਂ ਪੜ੍ਹਨ ਲਈ ਆ ਪਾਉਣਗੇ ਤਾਂ ਫਿਰ ਉਹਨਾਂ ਨੂੰ ਅੱਗੇ ਵਰਕ ਪਰਮਿਟ ਮਿਲੂਗਾ ਜਾਂ ਨਹੀਂ ਮਿਲੂਗਾ, ਇੱਕ ਨਵਾਂ ਪ੍ਰੋਬਲਮ ਲੋਕਾਂ ਸਾਹਮਣੇ ਜਿਹੜਾ ਆਊਗਾ। ਕਿਉਂਕਿ ਜਿਹੜੇ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚੋਂ ਪੜ੍ਹਨ ਨੂੰ ਆਉਣਗੇ, ਜਿਹੜੇ 10 ਇਹੋ ਜਿਹੇ ਇੰਸਟੀਟਿਊਸ਼ਨ ਜਿਹੜੇ ਬਰੈਂਪਟਨ ਮਿਸਿਸਾਗਾ 'ਚ ਹੈਗੇ ਨੇ ਪਰ ਉਹਨਾਂ ਦੇ ਪੇਰੈਂਟ ਕੈਂਪਸ ਬਾਹਰ ਨੇ, ਜੇ ਉਹਨਾਂ ਨੂੰ ਮਨਜ਼ੂਰੀ ਉਹ ਨਾ ਮਿਲੀ ਤਾਂ ਫਿਰ ਲੋਕ ਉੱਥੇ ਐਡਮਿਸ਼ਨ ਕਿਉਂ ਲੈਣਗੇ? ਕਿਉਂਕਿ ਹੁਣ ਜਿਹੜੇ ਹੁਣ ਇਹ ਵੀ ਇੱਕ ਇਨਕਰੇਜਿੰਗ ਫੈਕਟਰ ਹੋਊਗਾ, ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ, ਜਿੱਥੇ ਕਿ ਜਿਹੜਾ ਇਹ ਸਕੂਲ ਕਾਲਜ ਹੋਊਗਾ ਇਹ ਕਹਿ ਕੇ ਆਪਣੇ ਪ੍ਰੋਡਕਟ ਨੂੰ ਵੇਚੂਗਾ ਕਿ ਸਾਡੇ ਕੋਲ ਮਨਜ਼ੂਰੀ ਹੈਗੀ ਹੈ, ਤੁਸੀਂ ਆ ਕੇ ਇੱਥੇ ਪੜ੍ਹ ਸਕਦੇ ਹੋ। ਆਲਰੇਡੀ ਕੁਝ ਕਾਲਜਸ ਨੇ ਆਨਲਾਈਨ ਆਪਣੀਆਂ ਐਡਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਨੈਕਸਟ ਸਮੈਸਟਰ ਲਈ ਸਾਡੇ ਇੱਥੇ ਐਡਮਿਸ਼ਨ ਲੈਣੀ ਸ਼ੁਰੂ ਕਰੋ ਤੇ ਅਸੀਂ ਤੁਹਾਨੂੰ ਕੁਆਰੰਟਾਈਨ ਦਾ ਪੂਰਾ ਪਲਾਨ ਬਣਾ ਕੇ ਦੇਵਾਂਗੇ। ਫ੍ਰੀ ਦੇ ਵਿੱਚ ਤੁਹਾਨੂੰ 14 ਡੇਜ਼ ਕੁਆਰੰਟਾਈਨ ਕਰਵਾਇਆ ਜਾਏਗਾ, ਵੀਕਐਂਡ ਡ੍ਰੌਪ ਹੋਏਗਾ, 1 ਮਹੀਨਾ ਰੱਖਣ ਦੀ ਫੈਸਿਲਿਟੀ ਹੋਏਗੀ। ਸੋ ਸਟੂਡੈਂਟਸ ਨੂੰ ਤੁਸੀਂ ਉਹਦੇ ਖਾਸ ਤੌਰ ਤੇ ਕੀ ਇੱਥੇ ਉਹਨਾਂ ਨੂੰ ਸੁਚੇਤ ਕਰਨਾ ਚਾਹੋਗੇ ਕਿ ਜਦੋਂ ਐਵੇਂ ਦੇ ਕਾਲਜਸ ਦੀ ਕੋਈ ਐਡ ਦੇਖਦੇ ਆ ਕੀ ਦੇਖ ਕੇ ਉਹ ਐਡਮਿਸ਼ਨ ਲੈਣ? ਤੁਸੀਂ ਬਹੁਤ ਇੰਪੋਰਟੈਂਟ ਐਸਪੈਕਟ ਨੂੰ ਬ੍ਰਿੰਗ ਫਾਰਵਰਡ ਕੀਤਾ ਹੈਗਾ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆਉਂਦਾ, ਖਾਸ ਕਰਕੇ ਜੇ ਆਪਾਂ ਉਹਨੂੰ ਇੰਡੀਆ ਤੋਂ ਪੰਜਾਬ ਤੋਂ ਸਪੈਸੀਫਿਕਲੀ ਆਉਣ ਦੀ ਗੱਲ ਕਰੀਏ, ਉਹਦੇ ਦਿਮਾਗ 'ਚ ਇਹ ਟਾਰਗੇਟ ਹੁੰਦਾ ਕਿ ਉਹਨੇ ਪੜ੍ਹਾਈ ਕਰਨੀ ਹੈ, ਪੜ੍ਹਾਈ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲੂਗਾ, ਫਿਰ ਉਹਦੀ ਇਮੀਗ੍ਰੇਸ਼ਨ ਹੋ ਜੂਗੀ। ਇਹ ਇੱਕ ਪਲਾਨ ਲੈ ਕੇ ਆਮ ਤੌਰ ਤੇ ਸਟੂਡੈਂਟ ਇੱਥੇ ਆਉਂਦੇ, ਮੈਜੋਰਿਟੀ ਸਟੂਡੈਂਟ ਇਹ ਪਲਾਨ ਲੈ ਕੇ ਆਉਂਦੇ ਨੇ, ਜਿਸ ਕੋਈ ਵੀ ਗਲਤ ਨਹੀਂ, ਬਿਲਕੁਲ ਸਹੀ ਹੈ ਜੀ। ਕਿਉਂਕਿ ਜੇ ਸਰਕਾਰ ਨੇ ਇੱਕ ਪਲਾਨ ਲੇਡ ਆਊਟ ਕਰਿਆ, ਤੁਸੀਂ ਉੱਤੇ ਕੰਮ ਕਰ ਰਹੇ ਹੋ, ਚ ਕੁਝ ਗਲਤ ਨਹੀਂ ਹੈਗਾ, ਬਿਲਕੁਲ ਸਹੀ ਹੈ। ਪਰ ਉਸ ਤੋਂ ਬਾਅਦ ਕੀ ਉਹ ਪੜ੍ਹਾਈ ਹੈ ਜਿਹੜੀ ਤੁਹਾਨੂੰ ਉਹ ਇਮੀਗ੍ਰੇਸ਼ਨ ਵੱਲ ਨੂੰ ਲੈ ਕੇ ਜਾ ਰਹੀ ਹੈ ਕਿ ਨਹੀਂ ਜਾ ਰਹੀ, ਇਹ ਸਭ ਤੋਂ ਇੰਪੋਰਟੈਂਟ ਸੋਚਣ ਦਾ ਹੈਗਾ। ਕਿਬੈਕ ਦੇ ਵਿੱਚੋਂ ਕਿਬੈਕ ਸਰਕਾਰ ਤੇ ਫੈਡਰਲ ਗਵਰਨਮੈਂਟ ਦਾ ਇੱਕ ਸਮਝੌਤਾ ਹੈਗਾ। ਉਹ ਇਹ ਸਮਝੌਤਾ ਹੈਗਾ ਕਿ ਚਾਹੇ ਪੋਸਟ ਸੈਕੰਡਰੀ ਪੜ੍ਹਾਈ ਵੀ ਨਹੀਂ ਹੈਗੀ, ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਉੱਥੇ ਆ ਕੇ ਪੜ੍ਹਦਾ ਉਹਨੂੰ ਤਾਂ ਵੀ ਵਰਕ ਪਰਮਿਟ ਹੈ ਜਿਹੜਾ ਉਹ ਦਿੱਤਾ ਜਾਊਗਾ। ਜਦ ਕਿ ਬਾਕੀ ਪੂਰੇ ਕੈਨੇਡਾ ਦੇ ਵਿੱਚੋਂ ਇਹ ਹੈਗਾ ਕਿ ਜੇ ਤੁਸੀਂ ਪੋਸਟ ਸੈਕੰਡਰੀ ਇੰਸਟੀਟਿਊਸ਼ਨ 'ਚ ਪੜ੍ਹਦੇ ਹੋ ਤੇ ਉਹ ਡੈਜ਼ਿਗਨੇਟਡ ਲਿਸਟ ਤੇ ਹੈਗਾ ਤਾਂ ਹੀ ਤੁਹਾਨੂੰ ਪਰਮਿਟ ਜਿਹੜਾ ਉਹ ਮਿਲੂਗਾ। ਉੱਥੇ ਇਦਾਂ ਨਹੀਂ ਹੈਗਾ। ਇਸੇ ਕਰਕੇ ਉੱਥੇ ਇੱਕ ਬਹੁਤ ਛੋਟੇ ਸਕੂਲ ਕਾਲਜਸ ਉਹ ਪਣਪਣੇ ਸ਼ੁਰੂ ਹੋ ਗਏ। ਹੁਣ ਉਹ ਕਿਬੈਕ ਦੇ ਵਿੱਚੋਂ ਤਾਂ ਜੇ ਉਹ ਪੜ੍ਹਦਾ ਸਟੂਡੈਂਟ ਉੱਥੇ ਆ ਕੇ, ਉੱਥੇ ਲਈ ਤਾਂ ਠੀਕ ਹੈ, ਪਰ ਉਹਦੇ ਲਈ ਬਾਕੀ ਕੈਨੇਡਾ ਦੇ ਵਿੱਚੋਂ ਓਪਰਚੁਨਿਟੀਜ਼ ਬਿਲਕੁਲ ਘੱਟ ਜਾਂਦੀਆਂ। ਇਹਦੇ ਬਾਰੇ ਗੱਲ ਕਰਾਂਗੇ ਜੀ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਅਸੀਂ ਵਿਨੀਪੈਗ ਤੋਂ ਬੋਲ ਰਹੇ ਜੀ। ਜੀ ਸਰ, ਦੱਸੋ ਕੀ ਸਵਾਲ ਹੈ? ਮੈਂ ਕਨਫਰਮ ਕਰਨਾ ਚਾਹੁੰਦਾ ਸੀਗਾ ਵਿਨੀਪੈਗ ਤੋਂ ਜੀ। ਦੱਸੋ ਜੀ ਕੀ ਸਵਾਲ ਹੈ? ਹਾਂ, ਸਵਾਲ ਇਹ ਹੈ ਜੀ ਕਿ ਸਾਡੇ ਨਾ ਮੈਂ ਇੱਕ ਸਾਡੀ ਬੇਟੀ ਇੱਥੇ ਮੰਗੀ ਹੋਈ ਹੈ ਠਾਟੋ, ਉਹ ਬੇਟਾ ਹੈ ਇੱਥੇ ਉਹਦੇ ਤੇ ਸਟੂਡੈਂਟ ਤੇ ਵਰਕ ਪਰਮਿਟ ਦੇ ਫॉर 3 ਇਅਰਸ ਫਰੋਮ ਅਪ੍ਰੈਲ ਜੀ। ਕੀ ਇਹ ਮੈਰਿਜ ਕਰਾਉਣ ਜਨਵਰੀ ਚ ਜਾ ਸਕਦਾ? ਇਹਨੂੰ ਵਾਪਸੀ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਜੀ ਸਰ, ਜਿਵੇਂ ਤਾਰਨ ਨੇ ਦੱਸਿਆ ਕਿ ਉਹਦੇ ਕੋਲ ਵਰਕ ਪਰਮਿਟ ਹੈਗਾ, ਹਾਂਜੀ ਵਰਕ ਪਰਮਿਟ ਉਹਨੂੰ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈਗਾ, ਪਰ ਉਹਦੇ ਕੋਲ ਵੀਜ਼ਾ ਹੋਣਾ ਚਾਹੀਦਾ ਜਿਹਦੇ ਨਾਲ ਉਹ ਵਾਪਸ ਆ ਸਕੇ। ਸੋ ਜਿਹਨੂੰ ਵਰਕ ਪਰਮਿਟ ਮਿਲ ਗਿਆ ਤਾਂ ਉਹ ਤੋਂ ਬਾਅਦ ਉਹ ਆਪਣਾ ਵੀਜ਼ਾ ਅਪਲਾਈ ਕਰੇ, ਜਿਹਨੂੰ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਕਹਿੰਦੇ ਨੇ, ਜਿਹੜਾ ਸਟਿੱਕਰ ਔਨ ਦਾ ਪਾਸਪੋਰਟ ਹੈ। ਵਰਕ ਪਰਮਿਟ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੰਦਾ, ਸਿਰਫ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈਗਾ। ਤੇ ਦੂਜਾ ਜਿਹੜਾ TRV ਹੈ ਉਹ ਇਨਫ ਨਹੀਂ ਹੈਗਾ ਤੁਹਾਨੂੰ ਵਾਪਸ ਆਉਣ ਨੂੰ, ਤੁਹਾਡੇ ਕੋਲ ਜੌਬ ਆਫਰ ਵੀ ਹੋਣੀ ਚਾਹੀਦੀ ਹੈ। ਹੁਣ ਜਿਵੇਂ ਇਹਨਾਂ ਦਾ ਸਵਾਲ ਹੈ ਕਿ ਉਹਦੇ ਕੋਲ ਵਰਕ ਪਰਮਿਟ ਹੈਗਾ, ਹਾਂਜੀ ਬਿਲਕੁਲ ਹੈਗਾ। ਕੀ ਉਹ ਕੰਮ ਕਰਦਾ? ਜੇ ਉਹ ਕੰਮ ਕਰਦਾ ਕੀ ਉਹਨੂੰ ਛੁੱਟੀ ਮਿਲੀ ਹੈ? ਜੇ ਉਹਨੂੰ ਛੁੱਟੀ ਮਿਲੀ ਹੈ ਤਾਂ ਜਦੋਂ ਵਾਪਸ ਆਊਗਾ ਕੀ ਉਦੋਂ ਕੰਮ ਅਵੇਲੇਬਲ ਹੋਊਗਾ ਤੇ ਖੁੱਲਾ ਹੋਊਗਾ? ਕਿਉਂਕਿ ਜੇ ਹੁਣ ਮੰਨ ਲਓ ਫੋਰ ਐਗਜ਼ਾਮਪਲ ਕੋਈ ਓਨਟਾਰੀਓ ਦੇ ਜਿਮ 'ਚ ਕੰਮ ਕਰਦਾ ਸੀਗਾ ਤੇ ਜਿਮ ਬੰਦ ਹੋ ਗਿਆ, ਉਹ ਬਾਹਰ ਗਿਆ ਹੋਇਆ, ਜਿਮ ਤਾਂ ਬੰਦ ਹੈ ਤੇ ਉਹ ਕਰਨ ਕੀ ਆਊਗਾ ਜੀ? ਤਾਂ ਤੁਹਾਡੇ ਕੋਲ ਜੌਬ ਅਵੇਲੇਬਲ ਹੋਣੀ ਚਾਹੀਦੀ ਹੈ ਤੇ ਜੌਬ ਆਫਰ ਹੋਣੀ ਚਾਹੀਦੀ ਹੈ ਕਿ ਹਾਂ ਕੁਝ 14 ਦਿਨ ਕੁਆਰੰਟਾਈਨ ਕਰਨ ਤੋਂ ਬਾਅਦ ਇਹ ਕੰਮ ਤੇ ਆਊਗਾ, ਉਹਨੂੰ ਤਾਂ ਹੀ ਵਾਪਸ ਆਉਣ ਦੀ ਜਿਹੜੀ ਇਜਾਜ਼ਤ ਹੈ ਉਹ ਮਿਲੇਗੀ। ਇੱਕ ਦਰਸ਼ਕ ਹੋਰ ਜੁੜ ਗਏ ਨੇ ਜੀ। ਹੈਲੋ ਹਾਂਜੀ, ਮੈਂ ਜੀ ਗੁਰਪ੍ਰੀਤ ਖਹਿਰਾ ਜੀ ਨੂੰ ਪੁੱਛਣਾ ਚਾਹੁੰਦਾ ਹਾਂ, ਜੇ ਕਿਸੇ ਨੂੰ ਇੰਡੀਆ ਤੋਂ ਟੂਰਿਸਟ ਵੀਜ਼ਾ ਮਿਲਿਆ ਹੋਵੇ, ਵਿਜ਼ਟਰ ਵੀਜ਼ਾ ਮਿਲਿਆ ਹੋਵੇ, ਕੀ ਉਹ ਰਾਈਟ ਨਾਓ ਆ ਸਕਦੇ ਨੇ? ਜੀ, ਉਹਨਾਂ ਦਾ ਪਰਪਸ ਕੀ ਹੈਗਾ ਜੀ ਆਉਣ ਦਾ? ਜਸਟ ਵਿਜ਼ਿਟ ਹੀ ਕਰਨਾ ਜੀ? ਨਹੀਂ ਜੀ, ਜਿਹੜਾ ਨਾਨ ਡਿਸਕ੍ਰਿਸ਼ਨਰੀ ਪਰਪਸ ਆ ਉਹਦੇ ਲਈ ਨਹੀਂ ਆ ਸਕਦੇ। ਹਾਂ, ਜੇ ਉਹ ਰਿਲੇਟਿਵ ਹੈਗੇ ਨੇ, ਉਹਨਾਂ ਦਾ ਕੋਈ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਇੱਥੇ ਮਾਂ ਪਿਓ ਰਹਿੰਦਾ ਹੈ, ਉਹਨਾਂ ਦਾ ਬੱਚਾ ਰਹਿੰਦਾ, ਉਹਨਾਂ ਦਾ ਪੋਤਾ ਪੋਤੀ ਰਹਿੰਦਾ ਹੈਗਾ, ਜਾਂ ਉਹਨਾਂ ਦਾ ਸਿਸਟਰ ਇਨ ਲਾ ਆ, ਤੁਹਾਡੀ ਸਿਸਟਰ ਇਨ ਲਾ ਹੈ, ਤੁਹਾਡੀ ਵਾਈਫ ਦੀ
ਮੇਰੀ ਸਾਲੀ ਹੈ ਜੀ। ਹਾਂਜੀ, ਤੁਹਾਡੀ ਵਾਈਫ ਦੀ ਸਿਸਟਰ ਹੈ। ਬਾਕੀ ਦਾ ਸਵਾਲ ਤੁਸੀਂ ਆਨਸਰ ਤੁਸੀਂ ਟੀਵੀ ਜੀ, ਸਕਰੀਨ ਤੇ ਸੁਣ ਜੀ। ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਸੋ ਜੇ ਉਹ ਵਾਈਫ ਦੀ ਸਿਸਟਰ ਹੈਗੀ ਹੈ ਤੇ ਵਾਈਫ ਵੀ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੈ ਤੇ ਉਹ ਨਾਨ ਡਿਸਕ੍ਰਿਸ਼ਨਰੀ ਪਰਪਸ ਲਈ ਆਉਣਾ ਚਾਹੁੰਦੇ ਨੇ, ਹਾਂਜੀ ਉਹ ਜ਼ਰੂਰ ਆ ਸਕਦੇ ਨੇ। ਤਾਂ ਉਹਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਇੱਥੇ ਉਹਨਾਂ ਦਾ ਕੈਨੇਡੀਅਨ ਸਿਬਲਿੰਗ ਹੈਗਾ, ਜਿਵੇਂ ਆਫ ਕੋਰਸ ਇਹਨਾਂ ਦੀ ਵਾਈਫ ਹੈ ਜਿਹੜੀ ਉਹਨਾਂ ਦੀ ਸਿਬਲਿੰਗ ਹੈ, ਉਹਨੂੰ ਇੱਕ ਸਟੈਚੂਟਰੀ ਡੈਕਲੇਰੇਸ਼ਨ ਕਰਨਾ ਪੈਣਾ। ਉਹ ਸਟੈਚੂਟਰੀ ਡੈਕਲੇਰੇਸ਼ਨ ਆਪਣੀ ਭੈਣ ਨੂੰ ਭੇਜਣਾ ਪੈਣਾ। ਫਿਰ ਭੈਣ ਨੇ ਉੱਥੋਂ ਇੱਕ ਸਟੈਚੂਟਰੀ ਡੈਕਲੇਰੇਸ਼ਨ ਕਰਨਾ, ਵਾਪਸ ਭੇਜਣਾ। ਫਿਰ ਇਮੀਗ੍ਰੇਸ਼ਨ ਮਹਿਕਮੇ ਨੂੰ ਮਨਜ਼ੂਰੀ ਲਈ ਭੇਜਣਾ। ਫਿਰ ਉਹ ਤੋਂ ਬਾਅਦ ਉਹ ਇਜਾਜ਼ਤ ਦੇਣਗੇ, ਫਿਰ ਉਹ ਆ ਸਕਣਗੇ। ਸੋ ਜੇ ਤੇ ਉਹ ਦੂਜਾ ਨਾਨ ਡਿਸਕ੍ਰਿਸ਼ਨਰੀ ਪਰਪਸ ਲਈ ਨਹੀਂ ਹੋਣਾ ਚਾਹੀਦਾ। ਸੋ ਉੱਥੇ ਕੋਈ ਸਿਰਫ ਇਹ ਨਹੀਂ ਮੈਂ ਕੈਨੇਡਾ ਘੁੰਮਣ ਆਉਣਾ ਇਹਦੇ ਲਈ ਨਹੀਂ ਆਉਣ ਦੇਣਗੇ ਜੀ, ਕੋਈ ਨਾ ਕੋਈ ਸਪੈਸੀਫਿਕ ਕਾਰਨ ਹੋਣਾ ਚਾਹੀਦਾ। ਐਮਰਜੈਂਸੀ ਵਿਜ਼ਿਟ ਟਾਈਪ ਕੁਝ ਹਾਂਜੀ ਹਾਂਜੀ, ਕੋਈ ਵੀ ਕਾਰਨ ਹੋਣਾ ਚਾਹੀਦਾ। ਤੋ ਇਹ ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਲਿਓ ਜੀ, ਉਹ ਮੇਰੇ ਨਾਲ ਥੋੜੀ ਅਪਾਇੰਟਮੈਂਟ ਫਿਕਸ ਕਰ ਦੇਣਗੇ ਤੇ ਫਿਰ ਉਹ ਤੋਂ ਬਾਅਦ ਜੋ ਵੀ ਜ਼ਰੂਰੀ ਕਾਗਜ਼ ਪੱਤਰ ਨੇ ਉਹ ਮੈਂ ਤੁਹਾਨੂੰ ਦੱਸ ਦੇਵਾਂਗਾ। ਤੋਂ ਬਾਅਦ ਉਹਨਾਂ ਦੀ ਅਰਜ਼ੀ ਕੀਤੀ ਜਾ ਸਕਦੀ ਹੈ ਜੀ। ਬਿਲਕੁਲ। ਤੇ ਇਸ ਤੋਂ ਬਾਅਦ ਸਾਡੇ ਇੱਕ ਹੋਰ ਕਾਲਰ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਮੈਨੀਟੋਬਾ ਤੋਂ ਬੋਲ ਰਹੇ ਹਾਂ। ਮੇਰਾ ਕੁਐਸਚਨ ਇਹ ਹੈ ਕਿ ਅਸੀਂ ਆਪਣੇ ਫਾਦਰ ਦਾ ਅਪਲਾਈ ਕੀਤਾ ਸੀ ਆਨਲਾਈਨ ਵਿਜ਼ਟਰ ਵੀਜ਼ਾ, ਤੇ ਉਹਨਾਂ ਨੇ ਡੇਟ ਦਿੱਤੀ ਸੀਗੀ ਵੀ ਜਿਹੜਾ ਉਹ ਹੁੰਦੇ ਆ ਆਪਣੇ ਬਾਇਓਮੈਟ੍ਰਿਕਸ, ਪਰ ਉਹ ਇੰਡੀਆ ਦੇ ਵਿੱਚ ਪੰਜਾਬ 'ਚੋਂ ਖੁੱਲੇ ਨਹੀਂ ਹੈਗੇ ਸੈਂਟਰ। ਉਹ ਫਿਰ ਹੁਣ 2 ਨਵੰਬਰ ਦੀ ਲਾਸਟ ਡੇਟ, ਉਹਦਾ ਕੀ ਕੀਤਾ ਜਾਏ? ਦੂਸਰਾ ਮੇਰਾ ਇਹ ਕੁਐਸਚਨ ਸੀ ਕਿ ਮੇਰੇ ਮਦਰ ਜਿਹੜੇ ਨੇ ਉਹ ਇੱਥੇ ਵਿਜ਼ਟਰ ਵੀਜ਼ੇ ਤੇ ਨੇ, 2025 ਤੱਕ ਉਹਨਾਂ ਦਾ ਵੀਜ਼ਾ। ਜੇ ਉਹ ਅੱਜ ਇੰਡੀਆ ਚਲੇ ਜਾਂਦੇ ਆ ਤੇ ਉਹ ਕੱਲ ਨੂੰ ਫਿਰ 2-3 ਮਹੀਨਿਆਂ ਬਾਅਦ ਵਾਪਸ ਆ ਸਕਦੇ ਆ? ਤੇ ਇੱਕ ਹੋਰ ਕੁਐਸਚਨ ਸੀ ਵੀ ਕੋਵਿਡ ਟੈਸਟ ਇਜ਼ ਮੈਂਡੇਟਰੀ, ਕਿ ਇੱਥੋਂ ਕਰਾ ਕੇ ਜਾਣਾ ਹੀ ਜਾਣਾ ਹੈਗਾ ਇੰਡੀਆ ਤੁਸੀਂ, ਜਾਂ ਉੱਥੇ ਜਾ ਕੇ ਵੀ ਕਰਵਾ ਸਕਦੇ ਆ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ। ਪਹਿਲਾਂ ਇਹਨਾਂ ਦਾ ਜਿਹੜਾ ਹੈਗਾ ਹਾਂਜੀ ਫਾਦਰ ਲਈ ਸੀ, ਹਾਂਜੀ ਉਹਦੇ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਊਗਾ। ਜਦੋਂ ਬਾਇਓਮੈਟ੍ਰਿਕ ਲਈ ਤੁਹਾਨੂੰ ਅਪਾਇੰਟਮੈਂਟ ਦੇਣਗੇ ਉਦੋਂ ਹੀ ਜਾ ਕੇ ਤੁਸੀਂ ਬਾਇਓਮੈਟ੍ਰਿਕਸ ਕਰਾ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਉਹਨਾਂ ਚਿਰ ਜਿਹੜੀ ਐਪਲੀਕੇਸ਼ਨ ਹੈਗੀ ਹੈ ਉਹ ਉਹਨਾਂ ਚਿਰ ਰੁਕੀ ਰਹੂਗੀ ਜੀ, ਜਦੋਂ ਤੱਕ ਉਹਦਾ ਫੈਸਲਾ ਨਹੀਂ ਹੋ ਜਾਂਦਾ। ਦੂਜੀ ਜਿਹੜੇ ਤੁਹਾਡੇ ਮਦਰ ਹੈਗੇ ਨੇ ਉਹਨਾਂ ਕੋਲ ਜੇ ਵੀਜ਼ਾ ਹੈਗਾ ਜੀ, ਹਾਂ ਬਿਲਕੁਲ ਉਹ ਜਾ ਸਕਦੇ ਨੇ ਤੇ ਜਾ ਕੇ ਫਿਰ ਵਾਪਸ ਆ ਸਕਦੇ ਨੇ। ਹਾਂਜੀ, ਵਾਪਸ ਆਉਣ ਵੇਲੇ ਤੁਹਾਨੂੰ ਕੁਆਰੰਟੀਨ ਪਲਾਨ ਹੈ ਜਿਹੜਾ ਉਹ ਦੇਣਾ ਪੈਣਾ ਤੇ ਵਾਪਸ ਆਉਣ ਦੀ ਮਨਜ਼ੂਰੀ ਲੈਣੀ ਪੈਣੀ ਹੈਗੀ ਹੈ। ਤੇ ਜਿਹੜਾ ਸਵਾਲ ਤੁਹਾਡਾ ਇੰਡੀਆ ਦੇ ਰਿਲੇਟਡ ਹੈ ਕੋਵਿਡ ਟੈਸਟ ਬਾਰੇ, ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ। ਉਹ ਇੰਡੀਆ ਸਰਕਾਰ ਦੇ ਨਾਲ ਰਿਲੇਟਡ ਮਾਮਲਾ ਜੀ, ਸੋ ਮੈਨੂੰ ਉਹਦੀ ਜਾਣਕਾਰੀ ਨਹੀਂ ਹੈਗੀ। ਕਿਊਬਿਕ ਤੇ ਕਾਲਜਸ ਦੀ ਅਸੀਂ ਗੱਲ ਕਰ ਰਹੇ ਸੀ ਜੀ ਤਰ੍ਹਾਂ ਜੀ। ਸੋ ਜਿਹੜਾ ਇੰਪੋਰਟੈਂਟ ਐਸਪੈਕਟ ਹੈ, ਆਪਾਂ ਪਲਾਨ ਦੀ ਗੱਲ ਕਰ ਰਹੇ ਸੀ ਕਿ ਪਲਾਨ ਹੈਗਾ ਉਹਨੇ ਅੱਗੇ ਇਮੀਗ੍ਰੇਸ਼ਨ ਲੈਣੀ ਹੈ। ਸੋ ਉੱਥੇ ਚਾਹੇ ਉਹ ਰੈਲੇਵੈਂਟ ਜਿਹੜੀ ਐਜੂਕੇਸ਼ਨ ਨਹੀਂ ਵੀ ਹੈ ਤਾਂ ਵੀ ਫੈਡਰਲ ਸਰਕਾਰ ਤੇ ਕਿਬੈਕ ਸਰਕਾਰ ਦੇ ਸਮਝੌਤੇ ਦੇ ਮੁਤਾਬਕ 3 ਸਾਲ ਦਾ ਵਰਕ ਪਰਮਿਟ ਉਸ ਬੰਦੇ ਨੂੰ ਮਿਲ ਜਾਣਾ ਹੈਗਾ। ਤੇ ਜਦੋਂ ਉਹ ਕਿਬੈਕ ਤੋਂ ਉਹਨੂੰ ਪਰਮਿਟ ਮਿਲ ਗਿਆ, ਉਹ ਕਿਬੈਕ ਤੋਂ ਬਾਹਰ ਜਾ ਕੇ ਕਿਤੇ ਕੰਮ ਕਰਦੇ ਆ। ਜਦੋਂ ਕੰਮ ਕਰਦੇ ਆ ਤਾਂ ਜਿਹੜੀ ਉਹਦੀ ਐਜੂਕੇਸ਼ਨ ਹੈ ਉਹਦੇ ਉਨੇ ਪੁਆਇੰਟਸ ਨਹੀਂ ਬਣਦੇ ਹੈਗੇ ਜੇ ਉਹ ਪੋਸਟ ਸੈਕੰਡਰੀ ਐਜੂਕੇਸ਼ਨ ਨਹੀਂ ਜਾਂ ਉਹਨਾਂ ਨੇ ਸਪੈਸ਼ਲ ਕੋਡਸ ਹੈਗੇ ਨੇ ਉਹਨਾਂ ਦੇ ਥੱਲੇ ਨਹੀਂ, ਕਿਸੇ ਵੀ ਕਿਸਮ ਦੀ ਐਜੂਕੇਸ਼ਨ ਕਰਕੇ ਤੇ ਫਿਰ ਉਹਨੂੰ 12 ਗ੍ਰੇਡ ਹੀ ਮੰਨਿਆ ਗਿਆ ਤਾਂ ਤੁਹਾਨੂੰ ਤੁਹਾਡੇ ਪੁਆਇੰਟ ਕਦੇ ਵੀ ਪੂਰੇ ਨਹੀਂ ਹੁੰਦੇ ਹੈਗੇ। ਤੇ ਫਿਰ ਉਨਾ ਹੀ ਤੁਹਾਨੂੰ ਇਮੀਗ੍ਰੇਸ਼ਨ ਲੈਣ ਦੇ ਵਿੱਚ ਉਹ ਪ੍ਰੋਬਲਮਸ ਨੇ ਜਿਹੜੀਆਂ ਅੱਗੇ ਆਉਂਦੀਆਂ ਹੈਗੀਆਂ ਨੇ। ਹਾਂਜੀ, ਇਹ ਅਟਰੈਕਸ਼ਨ ਵਧੀਆ ਹੋ ਸਕਦਾ ਹੈ ਕਿ ਤੁਹਾਨੂੰ ਕੁਆਰੰਟੀਨ ਦੇ ਵਿੱਚੋਂ 14 ਦਿਨ ਫ੍ਰੀ ਰੱਖ ਲਿਆ ਤੇ ਤੁਹਾਨੂੰ 에ਅਰਪੋਰਟ ਤੋਂ ਪਿਕਅਪ ਕਰ ਲਿਆ, ਕਿਉਂਕਿ ਇਹ ਬਹੁਤ ਸਮਾਲ ਬਿਜ਼ਨੈਸਿਸ ਦੇ ਵਾਂਗੂ ਕੰਮ ਕਰਨਾ ਸ਼ੁਰੂ ਹੋ ਗਿਆ ਜੀ। ਉਹਦੇ ਨਾਲ ਕੀ ਹੋਇਆ ਕਿ ਜਿਹੜਾ ਬਿਜ਼ਨਸਮੈਨ ਆ ਉਹਦਾ ਕੰਮ ਹੈ ਪ੍ਰੋਫਿਟ ਲੈਣਾ, ਤੇ ਉਹਨੇ ਪ੍ਰੋਫਿਟ ਲੈਣ ਲਈ ਉਹਨੇ ਵੱਧ ਤੋਂ ਵੱਧ ਆਪਣਾ ਪ੍ਰੋਡਕਟ ਵੇਚਣਾ ਹੈਗਾ। ਤੇ ਕੰਪੀਟੀਸ਼ਨ ਇੰਨਾ ਜ਼ਿਆਦਾ ਹੋ ਗਿਆ, ਇੰਨੇ ਜ਼ਿਆਦਾ ਸਕੂਲ ਖੁੱਲ ਗਏ। ਹੁਣ ਤੁਸੀਂ ਇੱਕ ਕੰਪੈਰੀਜ਼ਨ ਕਰਕੇ ਦੇਖੋ, ਓਨਟਾਰੀਓ ਦੇ ਵਿੱਚ 2.5 ਲੱਖ ਸਟੂਡੈਂਟ ਆਉਂਦਾ ਹੈ, ਮਨਜ਼ੂਰੀ ਮਿਲੀ ਹੈ ਸਿਰਫ 14 ਨੂੰ, ਤੇ ਉੱਥੇ 425 ਕਿ 429 ਨੂੰ ਮਨਜ਼ੂਰੀ ਹੋ ਚੁੱਕੀ ਹੈ, ਜਿਹੜੇ ਕਿ ਬਹੁਤ ਛੋਟੇ ਇੰਸਟੀਟਿਊਸ਼ਨਸ ਹੈਗੇ ਨੇ ਜੀ। ਸੋ ਉਹਦੇ ਵਿੱਚ ਤੁਸੀਂ ਇਹ ਫੈਸਲਾ ਕਰਨਾ ਹੈ ਕਿ ਤੁਸੀਂ ਜਿਹੜੀ ਪੜ੍ਹਾਈ ਕਰਨ ਲਈ ਆ ਰਹੇ ਹੋ ਉਹ ਪੜ੍ਹਾਈ ਨੇ ਅਲਟੀਮੇਟਲੀ ਤੁਹਾਨੂੰ ਕਿੰਨੇ ਪੁਆਇੰਟਸ ਕੈਨੇਡਾ ਦੇ ਵਿੱਚੋਂ ਦੇਣੇ ਹੈ। ਜੇ ਤਾਂ ਉਹ ਪੁਆਇੰਟਸ ਤੁਹਾਨੂੰ ਸਰਟਨ ਦੇ ਰਹੀ ਹੈਗੀ ਹੈ ਫਿਰ ਤਾਂ ਤੁਹਾਨੂੰ ਉੱਥੇ ਪੜ੍ਹਨ 'ਚ ਕੋਈ ਪ੍ਰੋਬਲਮ ਨਹੀਂ, ਪਰ ਜੇ ਤੁਹਾਨੂੰ ਪੁਆਇੰਟਸ ਨਹੀਂ ਮਿਲ ਰਹੇ ਤੇ ਫਿਰ ਤੁਹਾਨੂੰ ਉੱਥੇ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੋਣਾ। ਹਾਂ, ਇਹ ਫਾਇਦਾ ਹੋ ਜੂ, ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ, ਪਰ ਉਹ ਤੋਂ ਬਾਅਦ ਤੁਹਾਡੀ ਇਮੀਗ੍ਰੇਸ਼ਨ ਹੈ ਜਿਹੜੀ ਉਨੀ ਮੁਸ਼ਕਲ ਹੋਊਗੀ। ਜਿਹੜੇ ਤੁਸੀਂ 14 ਓਨਟਾਰੀਓ ਦੀ ਜੇ ਅਸੀਂ ਐਗਜ਼ਾਮਪਲ ਲੈ ਕੇ ਚੱਲੀਏ, ਤੁਸੀਂ 14 ਕਾਲਜਸ ਦੀ ਗੱਲ ਕੀਤੀ ਆ, ਇਹਦੇ ਵਿੱਚ ਹੁਣ ਇੰਟਰਨੈਸ਼ਨਲ ਸਟੂਡੈਂਟਸ ਵੀ ਪੜ੍ਹ ਰਹੇ ਹੋਣਗੇ, ਸੋ ਇਹਨਾਂ ਦਾ ਕੁਆਰੰਟਾਈਨ ਪਲਾਨ ਕਿੱਦਾਂ ਹੋਏਗਾ? ਕੀ ਕੋਈ ਪ੍ਰਾਇੋਰਟੀ ਬੇਸਿਸ ਹੋਣਗੀਆਂ ਜਾਂ ਕਿਵੇਂ ਹੋਏਗਾ? ਕਿਉਂਕਿ ਜੇ ਕਾਲਜ ਵਿੱਚ ਇੱਕਦਮ ਸਟੂਡੈਂਟਸ ਆਉਂਦੇ ਆ, ਰਸ਼ ਉੱਥੇ ਵੀ ਹੋਏਗਾ ਫਿਰ। ਬਿਲਕੁਲ ਤਰਨ। ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਪਬਲਿਕ ਹੈਲਥ ਨੇ ਮਨਜ਼ੂਰੀ ਦਿੱਤੀ ਹੈ ਉਹਨਾਂ ਨੇ ਇਹ ਦੇਖ ਕੇ ਦਿੱਤੀ ਹੈ ਕਿ ਇੱਥੇ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ
ਕਲਾਸਰੂਮਸ ਦੇ ਵਿੱਚ ਉਹ ਮੇਨਟੇਨ ਹੋ ਸਕਦੀ ਹੈ ਜੀ। ਜਾਂ ਨਹੀਂ ਹੋ ਸਕਦੀ। तो ਜਿਹੜਾ ਵੀ ਯੂਨੀਵਰਸਿਟੀ ਉਹਨੇ ਆਪਣੇ ਕਲਾਸ ਸਾਈਜ਼ ਨਾਲ ਜਾਂ ਸਕੂਲ ਹੈ ਉਹਨੇ ਉਸ ਹਿਸਾਬ ਨਾਲ ਉਹਨੂੰ ਪਲਾਨ ਕੀਤਾ ਹੈਗਾ। ਇਹ ਜੇ ਸਭ ਤੋਂ ਜਿਹੜਾ ਕੋਈ ਮੋਟੀ ਰਿਹਾ ਜੀ ਉਹ ਯੂਨੀਵਰਸਿਟੀ ਆਫ ਟੋਰਾਂਟੋ ਰਿਹਾ। ਯੂਨੀਵਰਸਿਟੀ ਆਫ ਟੋਰਾਂਟੋ ਨੂੰ ਐਤਕੀ $200 ਮਿਲੀਅਨ ਦਾ ਇੰਟਰਨੈਸ਼ਨਲ ਸਟੂਡੈਂਟਸ ਤੋਂ ਫੀਸ ਦਾ ਘਾਟਾ ਪਿਆ ਹੈਗਾ। ਉਹਨਾਂ ਦਾ ਬਜਟ ਹੈਗਾ $1 ਬਿਲੀਅਨ ਤੇ $200 ਮਿਲੀਅਨ ਉਹਨਾਂ ਨੂੰ ਐਤਕੀ ਇੰਟਰਨੈਸ਼ਨਲ ਸਟੂਡੈਂਟ ਤੋਂ ਫੀ ਨਹੀਂ ਮਿਲੂਗੀ, ਜਿਹੜਾ ਕਿ ਹਿਊਜ ਨੰਬਰ ਹੈਗਾ, ਬਿਗ ਡੈਂਟ ਹੈਗਾ ਉਹਨਾਂ ਦੇ ਉੱਤੇ। ਸੋ ਉਹਨਾਂ ਨੇ ਇਹ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਹੈ ਕਿ ਇਹ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਲਿਆਂਦਾ ਜਾਵੇ। ਤੇ ਯੂਨੀਵਰਸਿਟੀ ਟੋਰਾਂਟੋ ਨੂੰ ਜੇ ਆਪਾਂ ਲਾਈਓ ਤਾਂ ਬਹੁਤ ਵੱਡਾ ਇੰਸਟੀਟਿਊਸ਼ਨ ਹੈ, ਉਹਨਾਂ ਕੋਲ ਬਹੁਤ ਜਗ੍ਹਾ ਹੈਗੀ ਹੈ, ਉਹ ਆਪਣੀਆਂ ਕਲਾਸਰੂਮ ਸਾਈਜ਼ ਨੂੰ ਉਦਾਂ ਹੀ ਪਲਾਨ ਕਰ ਸਕਦੇ ਨੇ, ਮਲਟੀਪਲ ਟਾਈਮਿੰਗਸ ਦੇ ਉੱਤੇ ਕਲਾਸਿਸ ਕੰਡਕਟ ਕਰ ਸਕਦੇ ਨੇ। ਪਰ ਜਿਹੜਾ ਛੋਟਾ ਇੰਸਟੀਟਿਊਸ਼ਨ ਹੈ ਉਹਦੇ ਕੋਲ ਇਹ ਓਪਰਚੁਨਿਟੀ ਨਹੀਂ ਹੋਊਗੀ। ਦੂਜੀ ਜਿਹੜਾ ਕੁਆਰੰਟੀਨ ਹੈ ਉਹ ਸਕੂਲ ਦੀ ਜ਼ਿੰਮੇਵਾਰੀ ਨਹੀਂ ਹੈਗੀ ਹੈ, ਉਹ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹਦੀ ਜ਼ਿੰਮੇਵਾਰੀ ਹੈ। ਉਹ 14 ਦਿਨ ਕੁਆਰੰਟੀਨ ਕਰੇ ਬਿਨਾ ਨਹੀਂ ਜਾ ਸਕਦਾ ਹੈਗਾ ਸਕੂਲ। ਸੋ ਸਕੂਲ ਦੇ ਉੱਤੇ ਤਾਂ ਸਿੱਧੇ ਤੌਰ ਤੇ ਉਹਦਾ ਕੋਈ ਇਫੈਕਟ ਨਹੀਂ ਹੋਣਾ। ਇਹ ਇੱਕ ਹਿੱਸਾ ਹੈਗਾ। ਇੱਕ ਪਾਸੇ ਤਾਂ ਯੂਨੀਵਰਸਿਟੀ ਸਕੂਲ ਕਾਲਜ ਨੇ ਮਨਜ਼ੂਰੀ ਲਈ ਹੈ, ਦੂਜੇ ਪਾਸੇ ਸਟੂਡੈਂਟ ਨੇ ਆਪਣੀ ਕੁਆਰੰਟੀਨ ਵੀ ਪਲਾਨ ਦੇਣੀ ਹੈ, ਤਾਂ ਹੀ ਉਹਨੂੰ ਆਉਣ ਦਿੱਤਾ ਜਾਊਗਾ। ਹੁਣ ਤੁਸੀਂ ਆਪਣੀ ਜਦੋਂ ਕੁਆਰੰਟੀਨ ਪਲਾਨ ਦੇਣੀ ਹੈ ਤੁਸੀਂ ਬਹੁਤ ਸਪੈਸੀਫਿਕ ਹੋਣਾ ਉਹ 'ਚ ਕਿ ਤੁਸੀਂ ਜਾ ਕੇ ਕਿੱਥੇ ਰਹਿਣਾ ਹੈਗਾ, ਕੀ ਉੱਥੇ ਤੁਹਾਨੂੰ ਆਈਸੋਲੇਟ ਕਰਨ ਲਈ ਵਾਸ਼ਰੂਮ ਫੈਸਿਲਿਟੀ ਹੈਗੀ ਹੈ, ਕੀ ਉੱਥੇ ਕੋਈ 65 ਸਾਲ ਤੋਂ ਵੱਡਾ ਇੰਡੀਵਿਜੂਅਲ ਤਾਂ ਨਹੀਂ ਰਹਿ ਰਿਹਾ, ਕਿ ਉੱਥੇ ਕੋਈ ਅਮੀਨੋ ਕੰਪਰੋਮਾਈਜ਼ਡ ਇੰਡੀਵਿਜੂਅਲ ਤਾਂ ਨਹੀਂ ਰਹਿ ਰਿਹਾ, ਤੁਹਾਡੇ ਖਾਣੇ ਦਾ ਕੀ ਪ੍ਰਬੰਧ ਹੋਊਗਾ, ਜੇ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਆਉਂਦੀ ਆ ਉਹਦਾ ਕੀ ਪ੍ਰਬੰਧ ਹੋਊਗਾ। ਸੋ ਇੰਨਾ ਕੰਪਰੀਹੈਂਸਿਵ ਪਲਾਨ ਹੈ ਜਿਹੜਾ ਤੁਸੀਂ ਦੇਣਾ ਹੈਗਾ, ਉਸ ਤੋਂ ਬਾਅਦ ਇਹ ਤੁਹਾਨੂੰ ਮਨਜ਼ੂਰੀ ਹੋਊਗੀ। ਸੋ ਕੱਲਾ ਇਹ ਨਹੀਂ ਕਿ ਯੂਨੀਵਰਸਿਟੀ ਸਕੂਲ ਕਾਲਜ ਨੂੰ ਮਨਜ਼ੂਰੀ ਦੇਤੀ ਤੇ ਹੁਣ ਮੈਨੂੰ ਵੀ ਆਉਣ ਦਿੱਤਾ ਜਾਊਗਾ, ਇਦਾਂ ਨਹੀਂ ਹੋਊਗਾ। ਹਾਂਜੀ ਬਿਲਕੁਲ ਤੁਹਾਡਾ ਖਦਸ਼ਾ ਸਹੀ ਹੈਗਾ ਕਿ ਇਦਾਂ ਤਾਂ ਜੇ ਲੋਕ ਆ ਜਾਣਗੇ ਉਹ ਤਾਂ ਫਿਰ ਕਿਵੇਂ ਉਹਨੂੰ ਪੋਸੀਬਲ ਹੈ ਕਿ ਕਿਵੇਂ ਮੇਨਟੇਨ ਕੀਤਾ ਜਾਊਗਾ। ਸੋ ਉਹਦੇ ਲਈ ਪਹਿਲਾਂ ਹੀ ਇਹ ਪਲਾਨ ਹੈ ਜਿਹੜਾ ਉਹ ਬਣਾਇਆ ਗਿਆ ਹੈਗਾ। ਇਹਦੇ ਨਾਲ ਨਾਲ ਜਿਹੜੇ ਸਕੂਲਸ ਕਾਲਜ ਯੂਨੀਵਰਸਿਟੀਜ਼ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜੇ ਉੱਥੇ ਕੋਈ ਕੇਸਿਸ ਆਉਂਦੇ ਨੇ ਤਾਂ ਉਹਨਾਂ ਨੇ ਦੱਸਣਾ ਹੈਗਾ ਕਿ ਕੇਸਿਸ ਇਰਪਟ ਹੋਏ ਨੇ ਤਾਂ ਕਿ ਦੂਜੇ ਲੋਕਾਂ ਨੂੰ ਆਈਸੋਲੇਟ ਹੈ ਜਿਹੜਾ ਕੀਤਾ ਜਾਵੇ। ਪਰ ਅਲਟੀਮੇਟਲੀ ਜਿਹੜਾ ਇਸ਼ੂ ਹੈਗਾ ਉਹ ਇਹ ਹੈਗਾ ਕਿ ਕੀ ਉਹਨਾਂ ਨੂੰ ਉਹ ਐਜੂਕੇਸ਼ਨ ਦਾ ਵਰਥ ਮਿਲ ਰਿਹਾ ਆਨਲਾਈਨ ਪੜ੍ਹ ਕੇ। ਬਿਲਕੁਲ। ਸੋ ਜਿਹੜਾ ਜੇ ਤੁਹਾਨੂੰ ਐਜੂਕੇਸ਼ਨ ਦਾ ਵਰਥ ਨਹੀਂ ਮਿਲ ਰਿਹਾ ਆਨਲਾਈਨ ਪੜ੍ਹ ਕੇ, ਫਿਰ ਤਾਂ ਉਹ ਇਹੋ ਜਿਹੇ ਸਕੂਲ ਜਾਵੇ ਜਿਹਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈਗੀ ਹੈ। ਜੇ ਉਹਨੇ ਮਨਜ਼ੂਰੀ ਨਹੀਂ ਦਿੱਤੀ ਸਕੂਲ ਕਾਲਜ ਨੂੰ ਪੜ੍ਹਨ ਦੀ ਤੇ ਫਿਰ ਆਨਲਾਈਨ ਪੜ੍ਹਾਈ ਕਰਨਾ ਉਹਨੂੰ ਵਰਥ ਮਿਲੂਗਾ ਕਿ ਨਹੀਂ ਮਿਲੂਗਾ, ਇਹ ਇੱਕ ਅਗਲਾ ਸਵਾਲ ਹੈ। ਤੇ ਦੂਜਾ ਹੁਣ ਆਲਰੇਡੀ ਅਕਤੂਬਰ ਮਹੀਨਾ ਖਤਮ ਹੋਣ ਜਾ ਰਿਹਾ ਹੈ, ਸੋ ਯੂਜੂਅਲੀ ਆਹ ਟਾਈਮ ਹੈਗਾ ਕਿ ਜਦੋਂ ਸਰਕਾਰ ਨੂੰ ਜਨਵਰੀ ਸੈਸ਼ਨ ਲਈ ਪਲਾਨ ਦੇਣਾ ਚਾਹੀਦਾ ਸੀ, ਕਿਉਂਕਿ ਹੁਣ ਅਰਜ਼ੀਆਂ ਕਰਨਗੇ ਜੀ ਲੋਕ। ਪਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਹੁਣ ਲੱਗਦਾ, ਇਹ ਮੇਰਾ ਖਦਸ਼ਾ ਹੈਗਾ, ਮੇਰੀ ਐਪਰੀਹੈਂਸ਼ਨ ਹੈਗੀ ਹੈ ਇਹ, ਕਿ ਜਿਵੇਂ ਪਿਛਲੀ ਵਾਰੀ ਉਹਨਾਂ ਨੇ ਕੀਤਾ ਕਿ 2 ਸਟੈਪ ਪ੍ਰੋਸੀਜਰ ਹੈ ਉਹੀ ਅਪਣਾਇਆ ਜਾਊਗਾ ਕਿ ਤੁਹਾਨੂੰ ਮਨਜ਼ੂਰੀ ਦੇਤੀ, ਤੁਸੀਂ ਇੱਥੇ ਆਨਲਾਈਨ ਪੜ੍ਹਾਈ ਕਰੋ, ਜਦੋਂ ਸੈਕੰਡ ਸਟੇਜ ਦੀ ਵਾਰੀ ਆਊਗੀ ਉਦੋਂ ਤੁਹਾਡੇ ਦੇ ਵਿਚਾਰ ਹੈ ਜਿਹੜਾ ਉਹ ਕੀਤਾ ਜਾਊਗਾ। ਸੋ ਪਿਛਲੀ ਵਾਰੀ ਵੀ ਮੈਂ ਦੇਖਿਆ ਕਿ ਜ਼ਰੂਰੀ ਨਹੀਂ ਸੀਗਾ ਕਿ ਸਭ ਲੋਕਾਂ ਨੂੰ ਫਸਟ ਸਟੇਜ ਅਪਰੂਵਲ ਮਿਲ ਗਈ ਹੈ, ਉਹਦੇ ਚ ਵੀ ਬਹੁਤ ਲੋਕਾਂ ਨੂੰ ਰਿਫਿਊਜ਼ ਕਰਨ ਉਹ ਕੀਤਾ ਗਿਆ ਹੈ ਜੀ। ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਗਏ ਨੇ, ਅਸੀਂ ਮਾਫੀ ਚਾਹਾਂਗੇ, ਸ਼ਾਇਦ ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ। ਅਸੀਂ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਗੱਲਬਾਤ ਕਰਾਂਗੇ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਸਰਕਾਰ ਨੇ ਕੁਝ ਐਕਸਟਰਾ ਪੁਆਇੰਟ ਦੇਣ ਦੀ ਗੱਲ ਆਖੀ ਆ। ਅੱਜ ਹੀ ਲੇਟੈਸਟ ਇਹ ਇਨਫੋਰਮੇਸ਼ਨ ਆਈ ਹੈ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ, ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਮੂਹ ਸਾਊਥ ਏਸ਼ੀਅਨ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਕਮਿਊਨਿਟੀ ਅਤੇ ਅਮਰੀਕਾ ਨੂੰ ਮਜ਼ਬੂਤ ਬਣਾਉਣ ਲਈ 3 ਨਵੰਬਰ 2020 ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਵੋਟ ਪਾਓ। ਆਪਣੀ ਇਕਨੋਮੀ, ਆਪਣੇ ਮੁਲਕ ਅਤੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਵਾਸਤੇ ਵੋਟ ਫॉर ਡੋਨਲਡ ਟਰੰਪ। ਆਓ ਸਾਰੇ ਮਿਲ ਕੇ ਅਮਰੀਕਾ ਨੂੰ ਇੱਕ ਵਾਰੀ ਫਿਰ ਮਜ਼ਬੂਤ ਬਣਾਈਏ। ਮੇਕ ਅਮਰੀਕਾ ਗ੍ਰੇਟ ਅਗੇਨ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸਰ ਸਾਨੂੰ ਇੱਕ ਦਰਸ਼ਕ ਦੀ ਕਾਲ ਆਈ ਸੀ ਬ੍ਰੇਕ ਦੇ ਦੌਰਾਨ ਜਿਹੜੇ ਕਿ ਪੁੱਛ ਰਹੇ ਸੀ ਲੌਂਗ ਹਾਲ ਟਰੱਕ ਡਰਾਈਵਰ ਨੇ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਇੱਥੋਂ ਕੈਨੇਡਾ ਚ ਬੋਲਦੇ ਹਾਂ। ਮੈਂ ਅਸੀਂ ਵੀਜ਼ਿਆਂ ਨਾਲ ਇਹ ਗੱਲ ਕਰਨੀ ਆ ਵੀ ਜਿਹੜੀਆਂ ਆਹ ਐਪਲੀਕੇਸ਼ਨਾਂ ਨਿਕਲੀਆਂ ਨੇ ਵੀ ਜੇ ਆਪਾਂ ਐਪਲੀਕੇਸ਼ਨ ਭਰਾ ਦਿੰਦੇ ਆ ਹਨਾ ਤੇ ਵੀ ਉਸ ਤੋਂ ਬਾਅਦ ਆਪਾਂ ਇੰਡੀਆ ਜਾਂਦੇ ਆ ਵੀ ਫਿਰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਜੇ ਇੰਡੀਆ ਗਿਆ ਤੇ ਬਾਅਦ ਇਹ ਨਿਕਲਦੀ ਆ ਜਾਂ ਕੋਈ ਇੱਥੇ ਹੁੰਦਿਆਂ ਤੇ ਨਿਕਲਦੀ ਉੱਥੇ ਗਿਆ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਵੀ ਫਿਰ ਇੱਥੇ ਰਹਿੰਦੇ ਆ ਵੀ ਭਰ ਸਕਦੇ ਆ ਆਪਾਂ ਵੀ ਇੰਡੀਆ ਵੀ ਜਾ ਸਕਦੇ ਆ? ਜੀ ਬਿਲਕੁਲ ਸਰ, ਕੁਝ ਪੁੱਛਣਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਸਰ ਜਿਨ੍ਹਾਂ ਨੇ ਸਾਨੂੰ ਬ੍ਰੇਕ 'ਚ ਕਾਲ ਕੀਤੀ ਸੀ ਕਿ ਉਹਨਾਂ ਕੋਲ ਲੌਂਗ ਹਾਲ ਟਰੱਕ ਡਰਾਈਵਰ ਨੇ ਤੇ 10 ਸਾਲ ਦਾ ਵੀਜ਼ਾ ਹੈਗਾ ਆ ਤੇ ਉਹ ਇੰਡੀਆ ਜਾ ਸਕਦੇ ਨੇ। ਜੀ ਜ਼ਰੂਰ, ਜਿਹੜਾ ਵੀਜ਼ਾ ਹੈਗਾ ਉਹਨਾਂ ਨੂੰ ਬਿਲਕੁਲ ਇਜਾਜ਼ਤ ਦਿੰਦਾ ਜੀ ਵਾਪਸ ਆਉਣ ਦੀ। ਸੋ ਜੇ ਉਹਨਾਂ ਦਾ ਜੋ ਚਲੇ ਜਾਂਦੇ ਨੇ ਤਾਂ ਉਸੇ ਵੀਜ਼ੇ ਤੇ ਉਹ ਵਾਪਸ ਆ ਸਕਦੇ ਨੇ ਜਿਹੜਾ ਉਹਨਾਂ ਦਾ 10 ਸਾਲ ਦਾ ਵਿਜ਼ਟਰ ਵੀਜ਼ਾ ਹੈਗਾ, ਕਿਉਂਕਿ ਉਹਨਾਂ ਕੋਲ ਵਰਕ ਪਰਮਿਟ ਹੈਗਾ, ਉਹ ਵਾਪਸ ਆ ਸਕਣਗੇ। ਪਰ ਮੋਸਟ ਇੰਪੋਰਟੈਂਟ ਜਿਹੜਾ ਕੰਮ ਹੈ ਨਾ ਉਹਨਾਂ ਨੇ ਇਹ ਕਰਨਾ ਹੈਗਾ, ਉਹਨਾਂ ਨੇ ਆਪਣੇ EMPLOYER ਤੋਂ ਇੱਕ ਚਿੱਠੀ ਲੈਣੀ ਹੈਗੀ ਹੈ ਜਿਹੜੀ ਕਿ ਇਨਡਿਟਰਮਿਨੇਟ ਜੌਬ ਆਫਰ ਹੋਊਗੀ, ਮਤਲਬ ਕਿ ਉਹਦੇ ਖਤਮ ਹੋਣ ਦੀ ਕੋਈ ਤਰੀਕ ਨਹੀਂ ਹੋਊਗੀ। ਤੇ ਦੂਜੀ ਉੱਥੇ ਲਿਖਿਆ ਹੋਵੇ ਇੰਨੇ ਦਿਨਾਂ ਲਈ ਇਹ ਛੁੱਟੀ ਤੇ ਚੱਲਿਆ, ਉਸ ਤੋਂ ਬਾਅਦ ਇੰਨੇ ਦਿਨਾਂ ਨੂੰ ਇਹ ਵਾਪਸ ਆਊਗਾ, ਇੰਨੇ ਦਿਨ ਇਹ ਕੁਆਰੰਟੀਨ ਕਰੂਗਾ ਤੇ ਕੁਆਰੰਟੀਨ ਕਰਨ ਤੋਂ ਬਾਅਦ ਇਸ ਦਿਨ ਨੂੰ ਇਹ ਕੰਮ ਤੇ ਵਾਪਸ ਆਊਗਾ। ਜੇ ਇਹ ਚਿੱਠੀ ਤੁਹਾਡੇ ਕੋਲ ਹੋਊਗੀ, ਹਾਂਜੀ ਤੁਹਾਡੇ ਕੋਲੇ 10 ਸਾਲ ਦਾ ਵਿਜ਼ਟਰ ਵੀਜ਼ਾ, ਤੁਹਾਡੇ ਕੋਲ ਵਰਕ ਪਰਮਿਟ ਹੈ, ਤੁਹਾਨੂੰ ਵਾਪਸ ਆਉਣ 'ਚ ਕੋਈ ਪ੍ਰੋਬਲਮ ਨਹੀਂ ਆਊਗੀ। ਪਰ ਉਹ ਚਿੱਠੀ ਲੈ ਕੇ ਜਾਣੀ ਤੁਹਾਡੇ ਲਈ ਅਤਿਅੰਤ ਜ਼ਰੂਰੀ ਹੈਗੀ ਆ, ਉਸ ਤੋਂ ਬਿਨਾਂ ਤੁਸੀਂ ਵਾਪਸ ਹੈ ਜਿਹੜਾ ਉਹ ਨਹੀਂ ਆ ਸਕੋਗੇ। ਇਸ ਤੋਂ ਬਾਅਦ ਮੈਮ ਦੀ ਕਾਲ ਆਈ ਸੀ ਜਿਹੜੇ ਪੁੱਛ ਰਹੇ ਸੀ ਐਪਲੀਕੇਸ਼ਨ ਲਗਾਉਣ ਤੋਂ ਬਾਅਦ ਇੰਡੀਆ ਜਾ ਸਕਦੇ ਨੇ ਉਹ? ਜੀ ਸੋ ਐਕਚੁਅਲੀ ਮੈਨੂੰ ਲੱਗਦਾ ਹੈ ਇਹ ਖੁਦ ਪੈਰੈਂਟ ਹੈਗੇ ਨੇ ਜਿਨ੍ਹਾਂ ਨੇ ਇਹ ਕਾਲ ਕੀਤੀ ਹੈਗੀ ਹੈ। ਤਾਂ ਮੈਂ ਥੋੜਾ ਜਿਹਾ ਪ੍ਰੋਸੈਸ ਨੂੰ ਸਮਝਾ ਦਿਆਂ ਜੀ। ਜਿਹੜੀ ਅਰਜ਼ੀ ਹੈਗੀ ਹੈ ਉਹ ਪਹਿਲਾਂ ਪੈਰੈਂਟ ਦੀ ਅਰਜ਼ੀ ਨਹੀਂ ਹੈਗੀ ਹੈ। ਸੋ ਪੈਰੈਂਟ ਦੁਨੀਆ 'ਚ ਕਿਤੇ ਵੀ ਹੈਗਾ ਉਹਦੇ ਨਾਲ ਇਹਦੇ ਤੇ ਕੋਈ ਇਫੈਕਟ ਨਹੀਂ ਪੈਂਦਾ ਹੈਗਾ। ਇਹ ਜਿਹੜੀ ਇਸ ਵੇਲੇ ਅਰਜ਼ੀ ਹੈਗੀ ਹੈ, ਇਹ ਜਿਹੜਾ ਸਪਾਂਸਰ ਹੈਗਾ ਜੋ ਇਹਨਾਂ ਦਾ ਚਾਈਲਡ ਜਾਂ ਗ੍ਰੈਂਡ ਚਾਈਲਡ ਹੋਊਗਾ, ਇਹ ਉਹਨੇ ਐਕਸਪ੍ਰੈਸ਼ਨ ਆਫ ਇੰਟਰਸਟ ਲਈ ਆਪਦਾ ਨਾਂ ਦਾਖਲ ਕੀਤਾ। ਸੋ ਮਤਲਬ ਉਹਨੇ ਪਰਚੀ ਪਾਈ ਹੈਗੀ ਆਪਦੀ ਕਿ ਮੇਰੀ ਆ ਜਦੋਂ ਲੋਟਰੀ ਨਿਕਲੇ ਤਾਂ ਮੇਰੀ ਪਰਚੀ ਨਿਕਲ ਆਵੇ। ਸੋ ਪੈਰੈਂਟ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਹੁਣ ਰੱਬ ਕਰੇ ਕਿ ਇਹਨਾਂ ਦੇ ਚਾਈਲਡ ਦੀ ਉਹ ਲੋਟਰੀ ਚੋਂ ਪਰਚੀ ਨਿਕਲ ਆਉਂਦੀ ਹੈ, ਜੇ ਉਹਨੂੰ ਇਹ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹਦੇ ਕੋਲ 60 ਦਿਨਾਂ ਦਾ ਸਮਾਂ ਹੈਗਾ ਐਪਲੀਕੇਸ਼ਨ ਦਾਖਲ ਕਰਨ ਦਾ। ਉਹ ਪੈਰੈਂਟ ਦੀ ਐਪਲੀਕੇਸ਼ਨ ਨਹੀਂ ਦਾਖਲ ਕਰ ਰਿਹਾ, ਉਹ ਸਪਾਂਸਰਸ਼ਿਪ ਐਪਲੀਕੇਸ਼ਨ ਦਾਖਲ ਕਰ ਰਿਹਾ। ਜਦੋਂ ਸਪਾਂਸਰਸ਼ਿਪ ਐਪਲੀਕੇਸ਼ਨ ਤੇ ਫੈਸਲਾ ਹੋਣਾ ਹੈ ਉਹ ਤੋਂ ਬਾਅਦ ਪੈਰੈਂਟਸ ਦੀ ਐਪਲੀਕੇਸ਼ਨ ਹੈ। तो चाहे वो कनाडा च ने चाहे किते च नहीं, ਇਹਦੇ ਚ ਕੋਈ ਫਰਕ ਨਹੀਂ ਪਏਗਾ। ਜੀ ਬਿਲਕੁਲ ਜੀ, ਸਾਡੇ ਨਾਲ ਕੁਝ ਦਰਸ਼ਕ ਹੋਰ ਜੁੜ ਗਏ ਨੇ। ਮੈਂ ਆਪਣੀ ਸਰਵਰ ਟੀਮ ਨੂੰ ਕਹਾਂਗੀ ਕਿ ਸਾਨੂੰ ਕਾਲਸ ਅੱਗੇ ਫਾਰਵਰਡ ਕਰ ਦੇਣ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਸਰੀ ਤੋਂ ਬੋਲ ਰਹੇ ਹਾਂ ਜੀ, ਦੱਸੋ ਕੀ ਸਵਾਲ ਹੈ? ਹਾਂਜੀ ਮੈਂ ਬੇਟੀ ਬਾਰੇ ਪੁੱਛਣਾ ਜੀ। ਮੇਰੀ ਬੇਟੀ ਦੀ ਜੀਐਨ ਕੀਤੀ ਹੈ, ਮੈਨੀ ਦਾ ਕੀਤਾ ਹੈ, 9 ਸਾਲ ਦਾ ਐਕਸਪੀਰੀਅੰਸ ਆ ਤੇ ਉਹਦਾ ਅਸੀਂ ਪਹਿਲਾਂ 2 ਵਾਰੀ ਵੀਜ਼ਾ ਲਾਇਆ ਸੀ, ਰੈਟ ਹੋ ਗਿਆ ਸੀਗਾ ਤੇ ਹੁਣ ਮੇਰਾ ਬਰਥਡੇ ਆ 15 ਦਾ ਦਸੰਬਰ ਦਾ, ਪੋਤੀ ਦਾ ਮੇਰੀ ਦਾ 4 ਦਸੰਬਰ ਦਾ, 65ਵਾਂ ਮੇਰਾ ਬਰਥਡੇ ਆ। ਲੱਗ ਸਕਦਾ ਬੇਟੀ ਦਾ ਜੇ ਲਾਈਏ? ਸੋ ਜਿਹੜਾ ਪਹਿਲਾਂ ਵੀਜ਼ਾ ਲਾਇਆ ਸੀ ਉਹ ਕਿਹੜਾ ਲਾਇਆ ਸੀ ਜੀ? ਉਹ ਤਾਂ ਜੀ ਵਿਜ਼ਟਰ ਵੀਜ਼ਾ ਹੀ ਲਾਇਆ ਸੀ, ਉਦੋਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ, ਉਦੋਂ ਲੱਗਿਆ ਨਹੀਂ ਸੀ ਵੀ ਬੱਚੇ ਸੰਭਾਲਣ ਨੂੰ ਮੈਨੂੰ ਸੰਭਾਲਣ। ਜੀ ਜ਼ਰੂਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਰ ਇਹਨਾਂ ਦਾ ਸਵਾਲ ਦਾ ਜਵਾਬ ਦੇ ਇੱਕ ਹੋਰ ਸਾਡੇ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅਸੀਂ ਮੌਂਟਰੀਅਲ ਤੋਂ ਬੋਲਦੇ ਹਾਂ, ਬਲਜਿੰਦਰ ਕੌਰ ਮੈਂ ਬੋਲਦੀ ਹਾਂ ਜੀ। ਹਾਂਜੀ ਅਸੀਂ ਨਾ ਮੇਰੀ ਭਾਣਜੀ ਹੈ ਇੰਡੀਆ, ਉਹਨਾਂ ਨੇ ਆਪਣਾ ਇੱਥੇ ਕੈਨੇਡਾ ਕਾਲਜ ਫਾਈਲ ਲਾਈ ਸੀਗੀ, ਇੱਥੇ ਐਡਮਿਸ਼ਨ ਮਿਲ ਗਈ ਸੀ ਉਹਨਾਂ ਨੂੰ ਜੀ ਮੌਂਟਰੀਅਲ, ਪਰ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਉਹਨਾਂ ਨੇ। ਜੀ ਜ਼ਰੂਰ ਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਜਿਨ੍ਹਾਂ ਨੇ ਕਿਹਾ ਸੀ ਕਿ ਬੇਟੀ ਦਾ 2 ਵਾਰੀ ਰਿਜੈਕਟ ਹੋ ਚੁੱਕਿਆ ਜੀ। ਸੋ ਜਿਹੜਾ ਇਹਨਾਂ ਨਾਲ ਸਿਚੁਏਸ਼ਨ ਵਾਪਰ ਰਹੀ ਹੈ ਉਹਨੂੰ ਰੇਜ਼ ਜੂਡੀਕਾਟਾ ਆਖਿਆ ਜਾਂਦਾ ਜੀ। ਰੇਜ਼ ਜੂਡੀਕਾਟਾ ਇੱਕ ਲੈਟਿਨ ਵਰਡ ਹੈਗਾ, ਇਹਦਾ ਮਤਲਬ ਹੈਗਾ ਕਿ ਇੱਕ ਫੈਸਲੇ ਤੇ ਫਿਰ ਕਿਉਂ ਫੈਸਲਾ ਕੀਤਾ ਜਾਵੇ, ਜੇ ਬੰਦਾ ਵੀ ਉਹੀ ਹੈ, ਤੱਥ ਵੀ ਉਹੀ ਹੈ, ਸਬੂਤ ਵੀ ਉਹੀ ਹੈ ਤੇ ਫਿਰ ਫੈਸਲਾ ਵੀ ਉਹੀ ਰਹੇ। ਹੁਣ ਉਹਨਾਂ ਪਹਿਲੀ ਵਾਰ ਵਿਜ਼ਟਰ ਵੀਜ਼ਾ ਅਪਲਾਈ ਕੀਤਾ, ਉਹ ਰਿਫਿਊਜ਼ ਹੋ ਗਿਆ, ਉਹਨਾਂ ਨੇ ਫਿਰ ਦੂਜੀ ਵਾਰੀ ਕੀਤਾ, ਉਹ ਫਿਰ ਰਿਫਿਊਜ਼ ਹੋ ਗਿਆ, ਹੁਣ ਤੀਜੀ ਵਾਰੀ ਕਰਨਗੇ ਤਾਂ ਫਿਰ ਰਿਫਿਊਜ਼ ਹੋ ਜਾਊਗਾ, ਕਿਉਂਕਿ ਨਾ ਤਾਂ ਬੰਦਾ ਬਦਲਿਆ, ਨਾ ਤੱਥ ਬਦਲਿਆ, ਨਾ ਸਬੂਤ ਬਦਲਿਆ। तो सब तो पहला तो ये जानना जरूरी हैगा कि उन्होंने रिफ्यूज क्यों किया हैगा।
ਜਿਹੜੀ ਚਿੱਠੀ ਮਿਲਦੀ ਹੈ ਆਮ ਤੌਰ ਤੇ ਜਦੋਂ ਵਿਜ਼ਟਰ ਵੀਜ਼ੇ ਦਾ ਰਿਫਿਊਜ਼ਲ ਹੁੰਦਾ ਹੈ ਤਾਂ ਉੱਤੇ ਲਿਖਿਆ ਹੈਗਾ ਕਿ ਸੈਕਸ਼ਨ 179B ਦੇ ਥੱਲੇ ਰਿਫਿਊਜ਼ ਕੀਤਾ ਜਾਂਦਾ ਕਿਉਂਕਿ ਤੁਸੀਂ ਵਾਪਸ ਨਹੀਂ ਜਾਣਾ। ਉਹ ਕਾਨੂੰਨ ਹੈਗਾ ਜਿਹੜਾ ਸੈਕਸ਼ਨ 179B ਹੈਗਾ, ਇਮੀਗ੍ਰੇਸ਼ਨ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੀ ਧਾਰਾ ਹੈਗੀ ਹੈ ਜਿਹੜੀ ਕਹਿੰਦੀ ਹੈ ਕਿ ਬੰਦੇ ਨੂੰ ਵੀਜ਼ਾ ਨਾ ਦਿਓ ਜੇ ਇਹਨੇ ਵਾਪਸ ਨਹੀਂ ਜਾਣਾ। ਪਰ ਕਿਉਂ ਵਾਪਸ ਨਹੀਂ ਜਾਣਾ, ਉਹ ਕਾਰਨ ਨੇ, ਉਹ ਚਿੱਠੀ ਦੇ ਉੱਤੇ ਨਹੀਂ ਲਿਖੇ ਕਿ ਉਹ ਕਿਹੜੇ ਕਾਰਨਾਂ ਕਰਕੇ ਆਫਿਸਰ ਉਹਨੂੰ ਇਹ ਕਹਿ ਰਿਹਾ ਕਿ ਤੂੰ ਵਾਪਸ ਨਹੀਂ ਜਾਣਾ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਕਾਰਨ ਕੀ ਹੈਗੇ ਨੇ ਜਿਹਦੇ ਕਰਕੇ ਉਹਨੂੰ ਰਿਫਿਊਜ਼ ਕੀਤਾ ਗਿਆ ਹੈਗਾ। ਸੋ ਜਿੰਨਾ ਚਿਰ ਇਹ ਪਤਾ ਨਹੀਂ ਚੱਲਦਾ ਕਿ ਉਹ ਕਾਰਨ ਕੀ ਨੇ ਉਹਨਾਂ ਚਿਰ ਉਹਨੂੰ ਠੀਕ ਕਿਵੇਂ ਕੀਤਾ ਜਾ ਸਕਦਾ। ਜੇ ਇਹੀ ਨਹੀਂ ਪਤਾ ਗਲਤ ਕੀ ਹੈ ਤੇ ਫਿਰ ਉਹ ਠੀਕ ਕਿਵੇਂ ਕਰੀਏ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਹਨੂੰ ਰਿਫਿਊਜ਼ ਕਿਉਂ ਕੀਤਾ ਗਿਆ। ਉਹਦੇ ਲਈ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈਗਾ। ਦੂਜਾ, ਜਿਵੇਂ ਉਹਨਾਂ ਨੇ ਆਖਿਆ ਕਿ ਮੇਰਾ ਬਰਥਡੇ ਹੈਗਾ, ਮੇਰੀ ਪੋਤੀ ਦਾ ਬਰਥਡੇ ਹੈਗਾ, ਇਹ ਨਾਨ ਡਿਸਕ੍ਰਿਸ਼ਨਰੀ ਪਰਪਸਿਸ ਨੇ ਜੀ, ਇਹਨਾਂ ਲਈ ਬਿਲਕੁਲ ਵੀ ਨਹੀਂ ਆਉਣ ਦੇਣਗੇ ਜੀ। ਸੋ ਜਿਹੜਾ ਤੁਸੀਂ ਵਿਜ਼ਿਟਰ ਵੀਜ਼ਾ ਲਾਉਣਾ ਹੈਗਾ, ਕਿਉਂਕਿ ਉਹੀ ਲੋਕ ਟਰੈਵਲ ਕਰ ਸਕਦੇ ਨੇ। ਹੁਣ ਜਿਵੇਂ ਉਹਨਾਂ ਦੀ ਡਾਟਰ ਹੈਗੀ ਆ, ਉਹ ਅਡਲਟ ਚਾਈਲਡ ਹੈ, ਉਹ ਜਿਹੜੀ ਹੁਣੇ ਮਨਜ਼ੂਰੀ ਸ਼ੁਰੂ ਹੋਈ ਹੈ ਜਿੱਥੇ ਕਿ ਅਡਲਟ ਚਾਈਲਡ ਹੈ ਤੁਹਾਡਾ, ਉਹ ਆ ਸਕਦਾ ਹੈ, ਪਰ ਉਹ ਪਰਪਸ ਹੋਣਾ ਜ਼ਰੂਰੀ ਹੈਗਾ। ਸੋ ਜੇ ਉਹਨਾਂ ਦਾ ਕੋਈ ਡਿਫਾਈਨਡ ਪਰਪਸ ਹੈ, ਪਰ ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਕਿ ਉਹਨੂੰ ਰਿਫਿਊਜ਼ ਕਿਉਂ ਕੀਤਾ ਹੈ। ਸੋ ਜੇ ਆਪਾਂ ਕਾਰਨ ਨੂੰ ਓਵਰਕਮ ਕਰਾਂਗੇ ਤਾਂ ਹੀ ਉਹਨਾਂ ਨੂੰ ਵਿਜ਼ਟਰ ਵੀਜ਼ਾ ਮਿਲੂਗਾ, ਅਦਰਵਾਈਜ਼ ਉਹ ਫਿਰ ਕੇਸ ਉਹਨਾਂ ਦਾ ਰਿਫਿਊਜ਼ ਹੋ ਜਾਣਾ ਹੈਗਾ ਜੀ। ਬਿਲਕੁਲ। ਤੇ ਸਰ ਨੈਕਸਟ ਜਿਨ੍ਹਾਂ ਦਾ ਆਇਆ ਸੀ ਕਿ ਮੌਂਟਰੀਅਲ ਤੋਂ, ਜਿਨ੍ਹਾਂ ਨੇ ਕਿਹਾ ਸੀਗਾ ਕਿ ਉਹਨਾਂ ਦੀ ਭਾਣਜੀ ਇੰਡੀਆ ਤੋਂ ਜਿਹੜੀ ਆ, ਹਾਂਜੀ ਉਹਨਾਂ ਕਿਹਾ ਸੀ, ਹਾਂਜੀ ਬਿਲਕੁਲ ਜੀ, ਉਹਨਾਂ ਕਿਹਾ ਸੀ ਉਹ ਕੈਨੇਡਾ ਕਾਲਜ ਦੇ ਵਿੱਚ ਉਹਨੂੰ ਐਡਮਿਸ਼ਨ ਮਿਲਿਆ ਸੀ, ਕੇਸ ਰਿਫਿਊਜ਼ ਕਰਤਾ। ਸੋ ਕਾਲਜ 'ਚ ਐਡਮਿਸ਼ਨ ਮਿਲਣ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਸਟੂਡੈਂਟ ਵੀਜ਼ਾ ਮਿਲ ਜਾਣਾ ਹੈ, ਇਹ ਕੋਈ ਜ਼ਰੂਰੀ ਨਹੀਂ ਜੀ। ਜਿਹੜਾ ਕਾਲਜ ਹੈ ਉਹ ਇੱਕ ਬਿਜ਼ਨਸ ਅਦਾਰਾ ਹੈਗਾ, ਉਹਦਾ ਸਟੂਡੈਂਟ ਦਾ ਇੱਕ ਸੰਬੰਧ ਹੈ। ਉਹ ਸੰਬੰਧ ਹੈ ਕਿ ਸਟੂਡੈਂਟ ਨੇ ਇੰਨੀ ਫੀਸ ਦੇਣੀ ਹੈ ਤੇ ਕਾਲਜ ਨੇ ਆਹ ਪੜ੍ਹਾਈ ਕਰਾਉਣੀ ਹੈ, ਉਹ ਤਾਂ ਇੱਕ ਸੌਦਾ ਹੈਗਾ। ਸਰ ਸਟੂਡੈਂਟ ਵੀਜ਼ਾ ਜਾਂ ਸਟੂਡੈਂਟ ਪਰਮਿਟ 'ਚ ਕੋਈ ਡਿਫਰੈਂਸ ਹੁੰਦਾ ਆ? ਜ਼ਰੂਰ। ਵੀਜ਼ਾ ਜਿਹੜਾ ਹੈਗਾ ਉਹ ਤੁਹਾਨੂੰ ਐਂਟਰੀ ਅਲਾਉ ਕਰਦਾ ਹੈ, ਪਰਮਿਟ ਤੁਹਾਨੂੰ ਪੜ੍ਹਨਾ ਅਲਾਉ ਕਰਦਾ ਹੈ। ਜਿਹੜਾ ਪਰਮਿਟ ਆ ਉਹ ਤੁਹਾਨੂੰ ਪੋਰਟ ਆਫ ਐਂਟਰੀ ਤੇ ਆ ਕੇ ਮਿਲੂਗਾ, ਵੀਜ਼ੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਜਾਂ ਲੈਟਰ ਆਫ ਮਤਲਬ ਇਹਨਾਂ ਨੂੰ ਐਡਮਿਸ਼ਨ ਮਿਲ ਗਈ ਪਰ ਇਹਨਾਂ ਨੂੰ ਵੀਜ਼ਾ ਨਹੀਂ ਮਿਲਿਆ। ਨਹੀਂ ਮਿਲਿਆ ਹੈਗਾ ਜੀ। ਸੋ ਜਿਹੜਾ ਸਟੂਡੈਂਟ ਹੈਗਾ ਉਹਨੇ ਇੱਕ ਫੀਸ ਦਿੱਤੀ, ਉਹ ਤੋਂ ਬਾਅਦ ਉਹਨੂੰ ਐਡਮਿਸ਼ਨ ਮਿਲ ਗਈ। ਇਹ ਇੱਕ ਦੋ ਪ੍ਰਾਈਵੇਟ ਇੰਸਟੀਟਿਊਸ਼ਨ, ਇੱਕ ਬੰਦਾ ਤੇ ਇੱਕ ਇੰਸਟੀਟਿਊਸ਼ਨ ਦੇ ਵਿਚਾਲੇ ਦਾ ਸਮਝੌਤਾ ਹੈਗਾ। ਉਹਨੂੰ ਮਨਜ਼ੂਰੀ ਮਿਲ ਗਈ, ਉਸ ਤੋਂ ਬਾਅਦ ਉਹਨੇ ਕੈਨੇਡਾ 'ਚ ਪੜ੍ਹਾਈ ਕਰਨ ਲਈ ਆਉਣ ਲਈ ਅਰਜ਼ੀ ਦਾਖਲ ਕਰਨੀ ਹੈ, ਜਿਹਦੇ ਲਈ ਉਹਨੇ ਸਰਟਨ ਕ੍ਰਾਈਟੇਰੀਆ ਮੀਟ ਕਰਨਾ ਹੈ। ਸਭ ਤੋਂ ਪਹਿਲਾਂ ਉਹ ਧਾਰਾ 219 ਹੈ, ਧਾਰਾ 220 ਹੈ। ਜੇ ਉਹਦੀਆਂ ਰਿਕੁਆਇਰਮੈਂਟਸ ਉਹ ਪੂਰੀਆਂ ਕਰੂਗੇ ਤਾਂ ਹੀ ਉਹਨਾਂ ਨੂੰ ਆਉਣ ਦਿੱਤਾ ਜਾਊਗਾ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਉਹ ਪੜ੍ਹਾਈ ਕਰਨ ਦੀ ਕਾਬਲੀਅਤ ਰੱਖਦਾ ਬੰਦਾ। ਆਪਾਂ ਨੂੰ ਪਤਾ ਕੈਨੇਡਾ ਦੇ ਵਿੱਚੋਂ ਅੰਗਰੇਜ਼ੀ ਜਿਹੜਾ ਹੈਗਾ ਉਹ ਇੰਸਟਰਕਸ਼ਨ ਦਾ ਮੀਡੀਅਮ ਹੈਗਾ। ਸੋ ਕੀ ਉਹਦੇ ਅੰਗਰੇਜ਼ੀ ਚੋਂ ਐਪਰੋਪ੍ਰੀਏਟ ਨੰਬਰ ਹੈਗੇ ਕਿ ਉਹਨੂੰ ਪੜ੍ਹਾਈ ਸਮਝ ਆ ਜਾਊ। ਸੋ ਉਹਦੇ ਲਈ ਉਹਨਾਂ ਨੇ ਅੰਗਰੇਜ਼ੀ ਟੈਸਟ ਜਿਹਨੂੰ IELTS ਆਖਿਆ ਜਾਂਦਾ ਉਹ ਰੱਖਿਆ ਹੈਗਾ। ਸੋ ਜੇ ਤੁਸੀਂ ਪੋਸਟ ਸੈਕੰਡਰੀ ਪੜ੍ਹਾਈ ਕਰਨ ਆ ਰਹੇ ਹੋ ਤਾਂ ਤੁਹਾਨੂੰ ਸਰਟਨ ਸਕੋਰ ਚਾਹੀਦਾ ਹੈ। ਜੇ ਤੁਸੀਂ ਪੋਸਟ ਗ੍ਰੈਜੂਏਟ ਕਰਨ ਆ ਰਹੇ ਹੋ ਤਾਂ ਤੁਹਾਨੂੰ ਚਾਹੀਦਾ ਹੈ। ਜੇ ਤੁਸੀਂ ਮਾਸਟਰਸ ਕਰਨ ਆ ਰਹੇ ਹੋ ਤਾਂ ਫਿਰ ਤੁਹਾਨੂੰ ਡਿਫਰੈਂਟ ਸਕੋਰ ਹੈ ਜਿਹੜਾ ਉਹ ਚਾਹੀਦਾ। ਕੀ ਉਹ ਮਨਜ਼ੂਰੀ ਤੁਹਾਡੇ ਕੋਲੇ ਉਹ ਐਬਿਲਿਟੀ ਹੈਗਾ? ਸਭ ਤੋਂ ਪਹਿਲਾਂ ਤਾਂ ਇਹ ਹੈ। ਦੂਜਾ ਕਿ ਤੁਹਾਡੇ 60% ਤੋਂ ਉੱਤੇ ਨੰਬਰ ਹੈਗੇ ਨੇ ਕੋਰ ਸਬਜੈਕਟਸ, ਕਿਉਂਕਿ ਆਪਾਂ ਨੂੰ ਪਤਾ ਹੈ ਕੈਨੇਡਾ 'ਚ ਜਿਹੜਾ ਪਾਸਿੰਗ ਗ੍ਰੇਡ ਹੈ ਉਹ 60% ਹੈਗਾ। ਸੋ ਜੇ 60% ਨੰਬਰ ਨਹੀਂ, ਐਪਰੋਪ੍ਰੀਏਟ ਅੰਗਰੇਜ਼ੀ ਨਹੀਂ, ਤਾਂ ਫਿਰ ਇਹਦਾ ਮਤਲਬ ਹੈ ਤੁਸੀਂ ਪੜ੍ਹਾਈ ਨਹੀਂ ਕਰ ਸਕੋਗੇ। ਜੇ ਤੁਸੀਂ ਪਿੱਛੇ ਫੇਲ ਵੀ ਹੋਏ ਹੋ ਉਹ ਵੀ ਦੱਸਦਾ ਕਿ ਤੁਸੀਂ ਐਕਟਿਵਲੀ ਪਰਸੂ ਨਹੀਂ ਕਰ ਸਕੋਗੇ। ਇਹਦੇ ਨਾਲ ਤੁਹਾਡੇ ਕੋਲ ਇਨਫ ਪੈਸੇ ਹੋਣੇ ਚਾਹੀਦੇ ਨੇ ਕਿ ਤੁਸੀਂ ਆਪਣੀ ਪੜ੍ਹਾਈ ਨੂੰ ਫੰਡ ਕਰ ਸਕੋ, ਆਪਣੇ ਟਰੈਵਲ ਨੂੰ ਫੰਡ ਕਰ ਸਕੋ। ਬਿਨਾਂ ਕੰਮ ਕਰੇ ਕੈਨੇਡਾ ਦੇ ਵਿੱਚੋਂ ਤੁਹਾਡੇ ਕੋਲ ਗੁਜ਼ਾਰੇ ਜੋਗੇ ਪੈਸੇ ਵੀ ਹੋਣੇ ਚਾਹੀਦੇ ਨੇ। ਸੋ ਉਸੇ ਲਈ ਉਹਨਾਂ ਨੇ ਕਿਹਾ ਕਿ ਫੀਸ ਜਮ੍ਹਾਂ ਕਰਾਓ, ਆਪਣੀ 에ਅਰ ਟਿਕਟ ਹੋਣੀ ਚਾਹੀਦੀ ਹੈ, ਤੇ ਇਹਦੇ ਨਾਲ $10,000 ਦੀ GIC ਹੋਣੀ। ਸੋ ਜੇ ਕ੍ਰਾਈਟੇਰੀਆ ਕੋਈ ਪੂਰਾ ਕਰਦਾ ਹੈ ਉਹਨੂੰ ਤਾਂ ਰਿਫਿਊਜ਼ ਨਹੀਂ ਕੀਤਾ ਜਾਂਦਾ ਜੀ। ਜੇ ਇਹਦੇ ਵਿੱਚ ਕੋਈ ਗੈਪ ਦਾ ਸਿਸਟਮ ਹੋਵੇ, ਇਹ ਵੀ ਕੋਈ ਮੈਟਰ ਕਰਦਾ ਆ? ਤਰਨ ਗੈਪ ਇੱਕ ਬਹੁਤ ਐਂਬੀਗਸ ਵਰਡ ਹੈਗਾ। ਸੋ ਕੱਲਾ ਇਹ ਨਹੀਂ ਹੈਗਾ ਕਿ ਬੰਦੇ ਨੇ ਪੜ੍ਹਾਈ ਛੱਡੀ ਤੇ ਉਹ ਤੋਂ ਬਾਅਦ ਉਹ ਕੰਮ ਕਰਦਾ ਰਿਹਾ ਤੇ ਫਿਰ ਉਹਨੂੰ ਲਾ ਰਿਹਾ, ਕੋਈ ਗੈਪ ਨਹੀਂ ਹੈਗਾ ਜੀ। ਕਿਉਂਕਿ ਉਹਨੇ ਪਰਸੂ ਕੀਤਾ, ਉਹਨੇ ਪੜ੍ਹਾਈ ਕੀਤੀ, ਕੰਮ ਕੀਤਾ, ਤੇ ਉਹ ਕੰਮ ਦੀ ਰਿਲੇਸ਼ਨਸ਼ਿਪ ਦੇ ਵਿੱਚ ਆਪਣੇ ਕਰੀਅਰ ਨੂੰ ਅੱਗੇ ਪਰਸੂ ਕਰ ਰਿਹਾ ਹੈ ਤਾਂ ਬਿਲਕੁਲ ਗੈਪ ਨਹੀਂ ਮੰਨਿਆ ਜਾਊਗਾ। ਪਰ ਉਹਨੇ ਪੜ੍ਹਾਈ ਕੀਤੀ, ਕੋਈ ਕੰਮ ਨਹੀਂ ਕੀਤਾ, ਉਹ ਤੋਂ ਬਾਅਦ ਉਹ ਅੱਗੇ ਪੜ੍ਹਨ ਜਾ ਰਿਹਾ ਹੈ ਤਾਂ ਸਰਟਨਲੀ ਉਹਨੂੰ, ਸੋ ਜੋ ਕੰਮ ਕਰਦਾ ਹੈ ਤਾਂ ਕੋਈ ਗੈਪ ਨਹੀਂ ਹੈਗਾ। ਉਹ ਆਪਣੇ ਕਰੀਅਰ ਨੂੰ ਪਰਸੂ ਕਰ ਰਿਹਾ ਹੈ ਤੇ ਅੱਗੇ ਉਹ ਆਪਣੀ ਐਜੂਕੇਸ਼ਨ ਨੂੰ ਪਰਸੂ। ਆਪਾਂ ਚਾਹੇ ਕਿੰਨੀ ਵੀ ਉਮਰ ਤੱਕ ਪੜ੍ਹਦੇ ਰਹੀਏ, ਆਪਣੇ ਤੇ ਕੋਈ ਮਨਾਹੀ ਨਹੀਂ, ਪਰ ਆਪਾਂ ਇੱਕ ਵਾਰੀ ਪੜ੍ਹ ਕੇ ਤੇ ਫਿਰ ਕੁਝ ਵੀ ਨਹੀਂ ਕਰਦੇ, ਫਿਰ ਕੁਝ ਸਾਲਾਂ ਬਾਅਦ ਵਿਚਾਰ ਕਰਦੇ ਹਾਂ ਪੜ੍ਹ ਲਈਏ,
ਉਹਨੂੰ ਪਰਸੂਐਂਸ ਨਹੀਂ ਮੰਨਿਆ ਜਾਂਦਾ। ਜੀ ਬਿਲਕੁਲ। ਤੇ ਸਰ ਹੁਣ ਆਪਣਾ ਅਗਲਾ ਸਵਾਲ ਜਿਹੜਾ ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਇਸ ਵਕਤ ਸਟੂਡੈਂਟਸ ਨੂੰ ਜਿਵੇਂ ਕਾਲਜਸ ਦੇ ਵਿੱਚ ਸਾਰੇ ਕਾਲਜਸ ਨੂੰ ਮਨਜ਼ੂਰੀ ਨਹੀਂ ਮਿਲ ਪਾ ਰਹੀ, ਜਿਨ੍ਹਾਂ ਕਾਲਜਸ ਨੂੰ ਮਨਜ਼ੂਰੀ ਨਹੀਂ ਮਿਲੀ ਉਹਨਾਂ ਦੇ ਜਿਹੜੇ ਸਟੂਡੈਂਟਸ ਪਿੱਛੇ ਬੈਠੇ ਨੇ ਆਪਦੇ ਦੇਸ਼ਾਂ ਦੇ ਵਿੱਚ, ਆਲਮੋਸਟ ਉਹਨਾਂ ਦਾ ਸਟੱਡੀ ਫੁੱਲ ਹੋਣ ਵਾਲੀ ਹੈ, ਪੂਰਾ ਸਾਲ ਕੰਪਲੀਟ ਹੋਣ ਵਾਲਾ, ਫਿਰ ਉਹਨਾਂ ਦਾ ਕੀ ਬਣੂਗਾ? ਜਿਹੜੀ ਪਿੱਛੇ ਸਰਕਾਰ ਨੇ ਦਸੰਬਰ 2020 ਤੱਕ ਪਲਾਨ ਦਿੱਤੀ ਹੈ, ਉਹ ਇਹ ਦਿੱਤੀ ਹੈ ਕਿ ਜੇ ਥੋੜੀ ਪੜ੍ਹਾਈ ਬਾਹਰ ਹੋ ਜਾਂਦੀ ਹੈ ਤਾਂ ਵੀ ਤੁਹਾਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ ਜੀ। ਤੇ ਸੋ ਉੱਥੇ ਤੱਕ ਤਾਂ ਉਹ ਆਸ ਬੰਦ ਨੇ ਸਟੂਡੈਂਟ ਕਿ ਜਦੋਂ ਉਹਨਾਂ ਦੀ ਪੜ੍ਹਾਈ ਪੂਰੀ ਹੋ ਜੂਗੀ ਤਾਂ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਜੂਗਾ। ਤੇ ਦੂਜਾ, ਜਿਹੜਿਆਂ ਦੀ ਪੜ੍ਹਾਈ 50% ਤੋਂ ਘੱਟ ਦਾ ਜਾਂ ਵੱਧ ਦਾ ਇਸ਼ੂ ਹੈ, ਉਹ ਹਾਲੇ ਤੱਕ ਰਿਜ਼ੋਲਵ ਨਹੀਂ ਕੀਤਾ ਗਿਆ। ਮੰਨ ਲਓ ਥੋੜੀ ਅੱਧੀ ਤੋਂ ਜ਼ਿਆਦਾ ਪੜ੍ਹਾਈ ਬਾਹਰ ਹੋ ਜਾਂਦੀ ਹੈ ਤੇ ਫਿਰ ਤੁਸੀਂ ਕੀ ਕਰੋਗੇ? ਇਹਦੇ ਤੇ ਹਾਲੇ ਕੋਈ ਪਲਾਨ ਨਹੀਂ ਦਿੱਤਾ ਗਿਆ, ਸੋ ਉਹ ਤੋਂ ਪਿੱਛੇ ਵਾਲਿਆਂ ਤੱਕ ਦਿੱਤਾ ਗਿਆ। ਹੁਣ ਇਹ ਪਲਾਨ ਹੈ ਜਿਹੜਾ ਇਹ ਮੋਰ ਦੈਨ ਲਾਈਕਲੀ ਆਪਾਂ ਨੂੰ ਆਉਣ ਵਾਲੇ ਅਗਲੇ ਮਹੀਨੇ 'ਚ ਪਤਾ ਚੱਲ ਜਾਣਾ ਜੀ, ਕਿਉਂਕਿ ਜਿਹੜੀਆਂ ਜਨਰਲੀ ਐਪਲੀਕੇਸ਼ਨਸ ਨੇ ਉਹ ਹੁਣ ਲੱਗਣਗੀਆਂ ਤਾਂ ਹੀ ਉਹਨਾਂ ਦਾ ਰਿਜ਼ੋਲਵ ਉਦੋਂ ਤੱਕ ਹੋਣਾ ਹੈਗਾ। ਜਿਵੇਂ ਆਪਾਂ ਪਿੱਛੇ ਜਦੋਂ ਜੁਲਾਈ ਮਹੀਨਾ ਆ ਗਿਆ ਸੀ ਉਦੋਂ ਪਲਾਨ ਆ ਗਿਆ ਸੀ, ਕਿਉਂਕਿ 15 ਸਤੰਬਰ ਤੱਕ ਉਹ ਐਪਲੀਕੇਸ਼ਨਸ ਦੇ ਫੈਸਲੇ ਕਰਨੇ ਸੀਗੇ, ਸੋ ਉਹੀ ਘੜੀ ਹੁਣ ਦੁਬਾਰੇ ਆ ਗਈ ਹੈ। ਪਰ ਇਹਦੇ ਵਿੱਚੋਂ ਇੰਨੇ ਸਟੂਡੈਂਟ ਨਹੀਂ ਹੁੰਦੇ ਜਿਹਦੇ ਕਰਕੇ ਮੈਨੂੰ ਲੱਗਦਾ ਉਹਨਾਂ ਨੂੰ ਹਾਲੇ ਫਿਕਰਮੰਦ ਨਹੀਂ ਹੈਗੀ ਹੈ ਸਰਕਾਰ। ਪਰ ਯੂਨੀਵਰਸਿਟੀ, ਸਕੂਲਸ, ਕਾਲਜਸ ਕੀ ਜਨਵਰੀ ਸੈਸ਼ਨ ਲਈ ਆਪਣੀਆਂ ਐਡਮਿਸ਼ਨਸ ਕਰਨਗੇ ਕਿ ਨਹੀਂ ਕਰਨਗੇ, ਇੱਕ ਵੱਖਰਾ ਹਾਲੇ ਸਵਾਲ ਹੈ। ਜਿਨ੍ਹਾਂ ਨੇ ਆਲਰੇਡੀ ਆਪਣੇ ਕੋਰਸਿਸ ਡੈਫਰ ਕੀਤੇ ਹੋਏ ਸੀ ਅੱਗੇ ਜਨਵਰੀ ਇਨਟੇਕ ਦੇ ਲਈ, ਕੀ ਫਿਰ ਉਹਨਾਂ ਨੂੰ ਅੱਗੇ ਕੋਰਸਿਸ ਹੋਰ ਡੈਫਰ ਕਰਨੇ ਚਾਹੀਦੇ ਜਾਂ ਆਪਣੀ ਸਟੱਡੀ ਕੰਟੀਨਿਊ ਕਰਨੀ ਚਾਹੀਦੀ ਹੈ? ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੁੱਛਣਾ ਸੀਗਾ, ਮੈਂ 2019 ਦੇ ਵਿੱਚ ਦਸੰਬਰ ਦੇ ਵਿੱਚ ਆਪਣੇ ਸਪਾਊਸ ਲਈ ਅਪਲਾਈ ਕੀਤਾ ਸੀਗਾ ਤੇ ਉਹਨਾਂ ਦਾ 2020 ਫੈਬਰੂਅਰੀ 'ਚ ਫਿੰਗਰਪ੍ਰਿੰਟ ਐਂਡ ਮੈਡੀਕਲ ਹੋ ਗਿਆ ਸੀ, ਜਿਹੜਾ ਕਿ ਹੁਣ ਕਮਿੰਗ ਫੈਬਰੂਅਰੀ 'ਚ ਐਕਸਪਾਇਰ ਹੋ ਜਾਣਾ। ਸੋ ਉਹਦਾ ਕੋਈ ਪ੍ਰੋਸੈਸ ਚੱਲ ਰਿਹਾ ਆ ਸਪਾਊਸ ਵੀਜ਼ਾ ਦੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਰ। ਫਿੰਗਰਪ੍ਰਿੰਟ ਤੇ ਮੈਡੀਕਲ ਹੋਣਾ ਇੱਕ ਪ੍ਰੋਸੈਸ ਦਾ ਹਿੱਸਾ ਹੈ, ਸੋ ਉਹ ਤਾਂ ਜਦੋਂ ਹੀ ਐਪਲੀਕੇਸ਼ਨ ਆਪਾਂ ਦਾਖਲ ਕਰਨੀ ਹੈ ਉਸੇ ਵੇਲੇ ਹੀ ਚਿੱਠੀ ਆ ਜਾਣੀ ਹੈ। ਸੋ ਇਹ ਨਹੀਂ ਹੈਗਾ ਕਿ ਉਹਦੇ ਕੇਸ ਤੇ ਫੈਸਲਾ ਹੋ ਗਿਆ ਇਸ ਕਰਕੇ ਉਹਦੇ ਫਿੰਗਰਪ੍ਰਿੰਟ ਤੇ ਉਹਦਾ ਮੈਡੀਕਲ ਕਰਾਇਆ ਗਿਆ। ਉਹ ਅਰਜ਼ੀ ਦਾਖਲ ਕੀਤੀ ਤਾਂ ਕੰਪਿਊਟਰ ਨੇ ਉਹ ਚਿੱਠੀ ਜਨਰੇਟ ਕਰਨੀ ਹੈਗੀ ਹੈ। ਤੇ ਦੂਜੀ ਜੋ ਇਹਨਾਂ ਦਾ ਵੀ ਉਹਦੇ ਪ੍ਰੋਸੈਸ ਹੋ ਰਿਹਾ ਕਿ ਨਹੀਂ ਹੋ ਰਿਹਾ ਹੈਗਾ, ਹਾਂਜੀ ਆਪਾਂ 2 ਵੀਕਸ ਅਗੋ ਇਹਦੇ ਬਾਰੇ ਗੱਲ ਕੀਤੀ ਸੀ, ਜਿੱਥੇ ਕਿ 66% ਵਾਧਾ ਕੀਤਾ ਗਿਆ ਪ੍ਰੋਸੈਸਿੰਗ ਆਫਿਸਰਸ ਦੇ ਵਿੱਚੋਂ, ਸਪੈਸੀਫਿਕਲੀ ਜਿਹੜੀਆਂ ਸਪਾਊਸਲ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਨ। ਤੇ ਹੁਣ ਆਉਣ ਵਾਲੇ 3 ਮਹੀਨਿਆਂ 'ਚ ਕਰੀਬਨ 49,000 ਜਿਹੜੇ ਕੇਸਿਸ ਨੇ ਉਹਨਾਂ ਦੇ ਉੱਤੇ ਪ੍ਰੋਸੈਸਿੰਗ ਹੋ ਜਾਣੀ ਹੈਗੀ ਹੈ, ਖਾਸ ਕਰਕੇ ਸਪਾਊਸਲ ਕੇਸਿਸ ਦੇ ਉੱਤੇ। ਤੇ ਮੈਨੂੰ ਦੱਸਦੇ ਨੂੰ ਖੁਸ਼ੀ ਹੋ ਰਹੀ ਹੈ ਕਿ ਇਹਦੇ ਰਿਜ਼ਲਟ ਵੀ ਦਿਖਣੇ ਸ਼ੁਰੂ ਹੋ ਗਏ ਨੇ ਜੀ, ਕਿਉਂਕਿ ਜਿਹੜੀਆਂ ਐਪਲੀਕੇਸ਼ਨ ਸਟੈਗਨੈਂਟ ਸੀ ਉਹਨਾਂ ਦੇ ਉੱਤੇ ਉਹਨਾਂ ਨੇ ਡਾਕੂਮੈਂਟਸ ਡਿਮਾਂਡ ਕਰਨੇ ਸ਼ੁਰੂ ਕਰਤੇ ਨੇ। ਸੋ ਇੱਕ ਚੰਗੀ ਖਬਰ ਹੈਗੀ ਹੈ। ਪਰ ਜੇ ਇਹਨਾਂ ਨੂੰ ਹਾਲੇ ਤੱਕ ਕੋਈ ਚਿੱਠੀ ਨਹੀਂ ਆਈ ਜਾਂ ਆਉਣ ਵਾਲੇ ਸਮੇਂ 'ਚ ਮਹੀਨੇ ਤੱਕ ਨਹੀਂ ਆਉਂਦੀ, ਜ਼ਰੂਰ ਸਾਡੇ ਆਫਿਸ ਨੂੰ ਸੰਪਰਕ ਕਰਨ ਜੀ, ਤੇ ਫਿਰ ਇਹਨਾਂ ਦੀ ਅੱਗੇ ਮਦਦ ਕੀਤੀ ਜਾ ਸਕਦੀ ਹੈ। ਜੀ ਬਿਲਕੁਲ। ਗੱਲ ਕਰ ਰਹੇ ਸੀ ਸਰ ਮੈਂ ਜਿਨ੍ਹਾਂ ਨੇ ਇਸ ਵਕਤ ਰੈਫਰ ਕੀਤੀ ਹੋਈ ਆਪਣੀ ਸਟੱਡੀ, ਉਹ ਕੀ ਕਰਨ ਫਿਰ? ਤਰਨ, ਜਿਹੜਾ ਤਾਂ ਇਹ ਰਿਜ਼ਲਟ ਇਸ ਵੇਲੇ ਆਪਾਂ ਨੂੰ ਸਾਹਮਣੇ ਆ ਰਿਹਾ ਹੈ ਕਿ ਜੇ ਤਾਂ ਉਹਨਾਂ ਦਾ ਇਹ ਇੱਛਾ ਸੀ ਉਹ ਕੈਨੇਡਾ ਦੇ ਵਿੱਚ ਆ ਕੇ ਪੜ੍ਹਨ ਤੇ ਉਹਨਾਂ ਦਾ ਇੰਸਟੀਟਿਊਸ਼ਨ ਲਿਸਟ ਤੇ ਆ ਗਿਆ, ਤਾਂ ਉਹਨਾਂ ਨੂੰ ਬਿਲਕੁਲ ਰਾਈਟ ਟਾਈਮ ਹੈਗਾ ਆਪਦਾ ਮਨਜ਼ੂਰੀ ਲੈ ਕੇ ਤੇ ਫਟਾਫਟ ਇੱਥੇ ਪਹੁੰਚ ਜਾਣਾ ਚਾਹੀਦਾ। ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਕਰਨ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਸਵਾਲ ਹੈ ਤੁਹਾਡਾ? ਸਵਾਲ ਇਹ ਹੈ ਜੀ, ਮੇਰਾ ਇੱਕ ਨੋਨ ਹੈ, ਉਹਦੀ ਬੇਟੀ ਹੈ, ਉਹਦਾ ਜਿਹੜਾ ਟੂਰਿਸਟ ਵੀਜ਼ਾ ਹੈ ਜੀ ਉਹ ਦਸੰਬਰ 'ਚ ਖਤਮ ਹੋ ਰਿਹਾ ਜੀ, ਉਰੇ ਆਈ ਹੋਈ ਹੈ ਜੀ। ਕੀ ਉਹਦਾ ਵੀਜ਼ਾ ਹੋਰ ਉਰੇ ਐਕਸਟੈਂਡ ਹੋ ਸਕਦਾ ਹੈ ਜਾਂ ਇੰਡੀਆ ਹੀ ਜਾਣਾ ਪਊਗਾ ਜੀ ਉਹਨੂੰ? ਜਿਹੜਾ ਵੀਜ਼ਾ ਤੁਸੀਂ ਗੱਲ ਕਰ ਰਹੇ ਹੋ, ਸਟਿੱਕਰ ਔਨ ਦਾ ਪਾਸਪੋਰਟ? ਹਾਂਜੀ, ਸਟਿੱਕਰ ਔਨ ਦਾ ਪਾਸਪੋਰਟ ਦਾ ਟੂਰਿਸਟ ਵੀਜ਼ਾ ਜੀ। ਹਾਂਜੀ, ਉਹ ਸਟਿੱਕਰ ਔਨ ਪਾਸਪੋਰਟ ਨਹੀਂ ਦੱਸਦਾ ਉਹ ਕਦੋਂ ਤੱਕ ਰਹਿ ਸਕਦੀ ਹੈ। ਜੇ ਇੱਥੇ ਉਹ ਕਦੋਂ ਆਈ ਸੀ ਕੈਨੇਡਾ? ਉਹ ਜੀ ਆਈ ਸੀ ਪਿਛਲੀ ਨਵੰਬਰ 'ਚ ਆਈ ਸੀ ਜੀ, ਨਵੰਬਰ 19 'ਚ, ਤੇ ਫਿਰ ਉਹਨੇ ਜਾਣਾ ਸੀ ਮਾਰਚ 'ਚ, ਫਿਰ ਉਹਦੀ ਐਕਸਟੈਂਸ਼ਨ ਪਾਤੀ ਸੀ ਡਿਊ ਟੂ ਕੋਵਿਡ, ਤੇ ਉਹਨੇ ਹੁਣ ਫੇਰ ਜਾਣਾ ਸੀ, ਹੁਣ ਫੇਰ ਡਰ ਗਈ ਉਹ ਡਿਊ ਟੂ ਕੋਵਿਡ, ਉਹਦੀ ਐਕਸਟੈਂਸ਼ਨ ਫੇਰ ਪਾਤੀ ਜੀ ਉਸਦੀ। ਹਾਂਜੀ, ਤੇ ਉਹਦੇ ਕੋਲ ਜਿਹੜਾ ਵੀਜ਼ਾ ਹੈ ਉਹ 31 ਦਸੰਬਰ ਤੱਕ ਦਾ ਜੀ। ਹਾਂਜੀ, ਵੀਜ਼ਾ ਕੈਨੇਡਾ 'ਚੋਂ ਰਹਿਣ ਦੀ ਇਜਾਜ਼ਤ ਨਹੀਂ ਹੈਗਾ ਜੀ। ਵੀਜ਼ਾ ਦੀ ਡੈਫੀਨੇਸ਼ਨ ਹੈਗੀ ਹੈ, ਇਟਸ ਐਨ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ। ਉਹ ਜਹਾਜ਼ ਕੰਪਨੀ ਨੂੰ ਇਜਾਜ਼ਤ ਹੈਗੀ ਹੈ ਕਿ ਬੰਦੇ ਨੂੰ ਦਿੱਲੀੋਂ ਬਿਠਾ ਕੇ ਤੇ ਟੋਰਾਂਟੋ ਹਵਾਈ ਅੱਡੇ ਤੱਕ ਉਤਾਰ ਦਿਓ 31 ਦਸੰਬਰ ਤੱਕ।
ਪਰ ਜੇ ਬੰਦਾ ਉਹ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਹੈ ਤਾਂ ਉਹਦਾ ਕੋਈ ਮਤਲਬ ਨਹੀਂ ਹੈਗਾ ਇੱਥੇ ਰਹਿਣ ਲਈ। ਸੋ ਜੋ ਰਹਿਣਾ ਚਾਹੁੰਦੀ ਹੈ ਤਾਂ ਆਪਦੀ ਐਕਸਟੈਂਸ਼ਨ ਅਪਲਾਈ ਕਰੀ ਜਾਵੇ, ਉਹ ਰਹਿ ਸਕਦੀ ਹੈ ਜੀ। ਸੋ ਵੀਜ਼ਾ ਕੋਈ ਡਾਕੂਮੈਂਟ ਨਹੀਂ ਜਿਹੜਾ ਤੁਹਾਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦਿੰਦਾ ਜੀ। ਸ਼ੁਕਰੀਆ ਜੀ। ਖਹਿਰਾ ਸਾਹਿਬ ਇੱਕ ਗੱਲ ਹੋਰ ਪੁੱਛਣੀ ਸੀ, ਜਿਵੇਂ ਪਹਿਲਾਂ ਉਹਦੀ ਐਕਸਟੈਂਸ਼ਨ ਆਈ ਸੀ ਤਾਂ ਉਹ ਐਕਸਟੈਂਸ਼ਨ ਆਈ ਸੀ ਜੀ 5 ਮਹੀਨੇ ਬਾਅਦ ਸਾਡੇ ਕੋਲ, ਪਰ ਉਹਦੇ ਵਿੱਚ ਸਾਨੂੰ ਉਹਨਾਂ ਨੇ 1 ਮਹੀਨੇ ਦੀ ਐਕਸਟੈਂਸ਼ਨ ਹੀ ਦਿੱਤੀ ਸੀ ਜੀ। ਵੀ ਹੁਣ ਜਿਹੜੀ ਸਾਡੇ ਦੁਬਾਰਾ ਐਕਸਟੈਂਸ਼ਨ ਅਪਲਾਈ ਕਰੀ ਹੈ ਉਹ ਜਦੋਂ ਆਊਗੀ ਅਸਲੀ ਸਟੇਟਸ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਜੀ? ਨਹੀਂ ਜੀ, ਕਿਉਂਕਿ ਉਹ 5 ਮਹੀਨੇ ਬਾਅਦ ਆਈ ਹੈ ਤੇ 1 ਮਹੀਨੇ ਦੇ ਦਿੱਤੀ ਹੈ, ਕਿਉਂਕਿ ਤੁਸੀਂ ਮੰਗੀ ਉਹ 6 ਮਹੀਨੇ ਦੀ ਸੀਗੀ। ਸੋ 6 ਮਹੀਨੇ ਤੋਂ ਬਾਅਦ ਉਹ ਕਿਵੇਂ ਦੇ ਸਕਦਾ ਹੈ? ਜੇ ਤੁਸੀਂ ਜ਼ਿਆਦਾ ਦੀ ਮੰਗੋਗੇ ਉਹ ਤੁਹਾਨੂੰ ਜ਼ਿਆਦਾ ਦੇ ਦੂਗਾ ਜੀ। ਹੁਣ ਉਹ ਐਪਲੀਕੇਸ਼ਨ ਮੈਂ ਦੇਖਿਆ ਨਹੀਂ ਹੈਗਾ, ਤੁਸੀਂ ਨਵੀਂ ਐਪਲੀਕੇਸ਼ਨ ਦੇ ਵਿੱਚ ਕੀ ਲਿਖਿਆ, ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਸਕਦੇ ਹੋ। ਜੇ ਉਹਨੂੰ ਹੋਰ ਐਕਸਟੈਂਸ਼ਨ ਦੀ ਜ਼ਰੂਰਤ ਹੈ ਤਾਂ ਉਹਨੂੰ ਲੰਬੀ ਐਕਸਟੈਂਸ਼ਨ ਵੀ ਮਿਲ ਸਕਦੀ ਹੈ ਜੀ। ਜੀ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਾਡੇ ਇੱਕ ਹੋਰ ਦਰਸ਼ਕ ਜਿਹੜੇ ਇਸ ਵਕਤ ਸਾਡੇ ਨਾਲ ਜੁੜ ਗਏ ਨੇ, ਇੱਕ ਹੋਰ ਕਾਲ ਲੈ ਲਈ, ਇਸ ਤੋਂ ਬਾਅਦ ਅਸੀਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ। ਹੈਲੋ, ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰ ਦਿਓ। ਹੈਲੋ ਜੀ, ਆਪਣੇ ਦਰਸ਼ਕਾਂ ਨੂੰ ਕਵਾਂਗੇ ਜਦੋਂ ਵੀ ਕਾਲ ਕਰਦੇ ਹੋ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਜ਼ਰੂਰ ਘੱਟ ਕਰ ਦਿਓ। ਸਰ ਅਸੀਂ ਗੱਲ ਕਰ ਰਹੇ ਸੀ ਜਿਨ੍ਹਾਂ ਨੇ ਡੈਫਰ ਕਰਾ ਦਿੱਤਾ। ਜੀ ਬਿਲਕੁਲ। ਸੋ ਜਿਨ੍ਹਾਂ ਨੂੰ ਤਾਂ ਇਜਾਜ਼ਤ ਮਿਲ ਗਈ ਹੈ ਸਕੂਲ ਕਾਲਜਸ ਯੂਨੀਵਰਸਿਟੀਜ਼ ਨੂੰ, ਉਹਨਾਂ ਨੂੰ ਤਾਂ ਫਰਦਰ ਡੈਫਰ ਨਹੀਂ ਕਰਨਾ ਚਾਹੀਦਾ ਜੀ। ਉਹਨਾਂ ਨੂੰ ਤਾਂ ਇਜਾਜ਼ਤ ਮਿਲ ਗਈ ਹੈ, ਛੇਤੀ ਤੋਂ ਛੇਤੀ ਇੱਥੇ ਆਉਣਾ ਚਾਹੀਦਾ, ਬਿਕੋਜ਼ ਇਹ ਇਜਾਜ਼ਤ ਕਦੇ ਵੀ ਨਾ ਇਜਾਜ਼ਤ ਬਦਲ ਸਕਦੀ ਹੈ ਜੀ। ਸੋ ਉਹਨਾਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ। ਦੂਜਾ, ਜੇ ਉਹਨਾਂ ਨੂੰ ਵੀਜ਼ਾ ਆਲਰੇਡੀ ਮਿਲਿਆ ਹੈਗਾ ਤੇ ਉਹਨਾਂ ਦੇ ਕਾਲਜ ਨੂੰ ਇਜਾਜ਼ਤ ਨਹੀਂ ਮਿਲੀ, ਉਹ ਹਾਲੇ ਵੀ ਉਹਨਾਂ ਕੋਲ ਹੈਗਾ ਕਿ ਉਹ ਨਵਾਂ ਆਫਰ ਲੈਟਰ ਲੈ ਸਕਦੇ ਨੇ, ਕਿਉਂਕਿ ਜਦੋਂ ਤੁਸੀਂ ਆਉਣਾ ਤਾਂ ਆਫਿਸਰ ਨੇ ਤੁਹਾਨੂੰ 3 ਚੀਜ਼ਾਂ ਦੇਖਣੀਆਂ। ਸਭ ਤੋਂ ਪਹਿਲਾਂ ਤਾਂ ਕਰੰਟ ਵੈਲਿਡ ਕਨਫਰਮੇਸ਼ਨ ਕਿ ਤੁਹਾਡੀ ਐਡਮਿਸ਼ਨ ਹੈਗੀ ਹੈ, ਜਿਹਨੂੰ ਐਡਮਿਟੈਂਸ ਲੈਟਰ ਕਹਿੰਦੇ ਨੇ। ਸੋ ਇਹ ਨਹੀਂ ਹੈਗਾ ਕਿ ਮੈਨੂੰ ਵੀਜ਼ਾ ਮਿਲਿਆ ਸੀ ਪਿਛਲੇ ਮਾਰਚ ਦਾ ਤੇ ਉਹ ਉਦੋਂ ਮਿਲਿਆ ਸੀ, ਮੈਂ ਉਹੀ ਲੈਟਰ ਲੈ ਕੇ ਆ ਜਾਵਾਂ ਤੇ ਬਿਲਕੁਲ ਨਹੀਂ ਆਉਣ ਦੇਣਗੇ ਜੀ। ਸੋ ਕਰੰਟ ਤੁਹਾਨੂੰ ਲੈਟਰ ਚਾਹੀਦਾ ਹੈਗਾ। ਦੂਜਾ, ਤੁਹਾਡੇ ਕੋਲੇ ਇਨਫ ਪੈਸੇ ਹੋਣੇ ਚਾਹੀਦੇ ਨੇ ਕਿ ਤੁਸੀਂ ਕੈਨੇਡਾ 'ਚ ਆਪਣੇ ਆਪ ਨੂੰ ਸਰਵਾਈਵ ਕਰ ਸਕੋ, ਤੇ ਇਹਦੇ ਨਾਲ ਨਾਲ ਤੁਹਾਡੇ ਕੋਲ ਕੁਆਰੰਟਾਈਨ ਪਲਾਨ ਹੋਣਾ ਚਾਹੀਦਾ। ਜੇ 3 ਚੀਜ਼ਾਂ ਹੈਗੀਆਂ ਤੁਹਾਨੂੰ ਨਵੇਂ ਸਕੂਲ ਦੇ ਵਿੱਚੋਂ ਮਿਲ ਸਕਦੀ ਹੈ। ਸੋ ਉਹਦੇ ਲਈ ਕੀ ਪ੍ਰੋਸੈਸ ਕਰਨਾ ਹੈਗਾ, ਜੇ ਮੰਨ ਲਓ ਕਿਸੇ ਇਹੋ ਜਿਹੇ ਇੰਡੀਵਿਜੂਅਲ ਨੂੰ ਵੀਜ਼ਾ ਮਿਲਿਆ ਹੋਇਆ ਪਰ ਉਹਨੇ ਉਹ ਸਕੂਲ 'ਚ ਆਉਣਾ ਜਿਹਨੂੰ ਇਜਾਜ਼ਤ ਨਹੀਂ ਮਿਲੀ, ਤਾਂ ਉਹ ਨਵੇਂ ਸਕੂਲ 'ਚ ਆਪਣੀ ਐਡਮਿਸ਼ਨ ਕਰਾਵੇ, ਨਵੀਂ ਆਪਣੀ ਫੀ ਦਾਖਲ ਕਰੇ ਉੱਥੇ ਜਿਹੜੇ ਨਵੇਂ ਸਕੂਲ 'ਚੋਂ ਆ ਰਿਹਾ, ਉਸ ਤੋਂ ਬਾਅਦ ਨਵਾਂ ਐਕਸੈਪਟੈਂਸ ਲੈਟਰ ਲਵੇ ਤੇ ਉਹ ਆ ਕੇ ਨਵਾਂ ਪੜ੍ਹ ਸਕਦਾ ਜੀ। ਸੋ ਇਹਦੇ ਵਿੱਚ ਅਸੀਂ ਵੀ ਮਦਦ ਕਰ ਸਕਦੇ ਹਾਂ। ਸੋ ਜੇ ਤੁਹਾਡਾ ਸਕੂਲ ਮਨਜ਼ੂਰ ਸ਼ੁਦਾ ਨਹੀਂ ਹੈਗਾ ਪਰ ਤੁਸੀਂ ਮਨਜ਼ੂਰ ਸ਼ੁਦਾ ਸਕੂਲ ਜਿੱਥੇ ਆ ਕੇ ਪੜ੍ਹਨਾ ਚਾਹੁੰਦੇ ਹੈਗੇ ਹੋ, ਤੁਸੀਂ ਐਡਮਿਸ਼ਨ ਕਰਾਓ, ਸਾਡੇ ਕੋਲ ਆਓ ਤੇ ਤੁਹਾਨੂੰ ਜਿਹੜਾ ਹੈਗਾ ਆਉਣ ਦੀ ਇਜਾਜ਼ਤ ਮਿਲ ਸਕਦੀ ਹੈ ਜੀ। ਬਿਲਕੁਲ। ਤੇ ਸਰ ਇੱਕ ਕੁਐਸਚਨ ਜ਼ਰੂਰ ਪੁੱਛਣਾ ਚਾਹੂੰਗੀ, ਪ੍ਰੋਗਰਾਮ ਦੇ ਆਪਾਂ ਸਟਾਰਟਿੰਗ 'ਚ ਵੀ ਬੋਲਿਆ ਸੀ, ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤਨਜੋਤ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਰਾਜੇ, ਅਸੀਂ ਟੋਰਾਂਟੋ ਤੋਂ ਬੋਲਦੇ ਹਾਂ ਜੀ। ਦੱਸੋ ਜੀ ਕੀ ਸਵਾਲ ਹੈ? ਬੇਟਾ ਮੇਰਾ ਸਵਾਲ ਇਹ ਆ ਵੀ ਸਾਡਾ ਪੋਤਾ ਇੰਡੀਆ, ਉਹਨੇ 2 ਵਾਰੀ ਲਾਈ ਸੀਗੀ, ਉਹ ਰਿਫਿਊਜਿੰਗ ਆ ਗਈ, ਵੀ ਹੁਣ ਅਸੀਂ ਕਿਸੇ ਕੋਈ ਸਲਾਹ ਤੁਹਾਡੀ ਲੈ ਕੇ ਪਤਾ ਲੱਗੇ ਵੀ ਸੱਦ ਸਕਦੇ ਹਾਂ, ਇਕੱਲੇ ਰਹਿੰਦੇ ਅਸੀਂ ਦੋਨੇ। ਉਹਨੇ ਕਾਹਦਾ ਕੇਸ ਲਾਇਆ ਸੀ ਜੀ? ਉਹ ਪਹਿਲਾਂ ਉਹਦੇ ਜੀ ਆਈਐਲਐਸ ਤੋਂ ਨੰਬਰ ਘੱਟ ਸੀਗੇ, ਉਹਦਾ ਲੱਗਿਆ ਹੀ ਨਹੀਂ ਹੈਗਾ, ਯੂਨੀਵਰਸਿਟੀ ਚ ਲਾਇਆ ਸੀ ਪੜ੍ਹਨ ਲਈ। ਔਰ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ ਜੀ? ਹਾਂਜੀ ਹਾਂਜੀ ਜੀ। ਹੁਣ ਉਹ ਕਰਦਾ ਨਹੀਂ, ਆਈਲੈਂਡ ਤਾਂ ਕਰਦਾ ਨਹੀਂ, ਤੇ ਉਮਰ ਹੈਗੀ 24 ਸਾਲ ਦੀ, ਵੀ ਉਹ ਆ ਸਕਦਾ? ਕਿਸ ਕੋਈ ਹੀਲਾ ਦੱਸ ਦਿਓ ਸਾਨੂੰ, ਅਸੀਂ ਵੀ ਸੱਦ ਸਕੀਏ, ਅਸੀਂ ਇਕੱਲੇ ਰਹਿੰਦੇ ਹਾਂ ਦੋਨੇ ਦਾਦਾ ਦੀ। ਜੀ ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਕੱਲਾ ਹੀ ਨਹੀਂ ਕਿ ਤੁਹਾਨੂੰ ਆਈਲੈਟਸ ਚਾਹੀਦਾ ਤੁਸੀਂ ਤਾਂ ਹੀ ਕੈਨੇਡਾ ਆ ਸਕਦੇ ਹੋ, ਉਹ ਤੋਂ ਇਲਾਵਾ ਹੋਰ ਵੀ ਬਹੁਤ ਪ੍ਰੋਗਰਾਮਸ ਹੈਗੇ ਨੇ ਜਿਹਦੇ ਨਾਲ ਤੁਸੀਂ ਇੱਥੇ ਆ ਸਕਦੇ ਹੋ ਜੀ। ਫਾਰਮ ਵਰਕਰ ਉਹਨਾਂ 'ਚੋਂ ਇੱਕ ਪ੍ਰੋਗਰਾਮ ਹੈ ਜੀ, ਤੁਹਾਨੂੰ ਕੋਈ ਅੰਗਰੇਜ਼ੀ ਨਹੀਂ ਚਾਹੀਦੀ, ਤੇ ਕਈ ਇਹੋ ਜਿਹੇ ਪ੍ਰੋਵਿੰਸਿਸ ਨੇ ਜਿੱਥੇ ਤੁਸੀਂ 6 ਮਹੀਨੇ ਕੰਮ ਕਰਕੇ ਮੁੜ ਕੇ ਪੱਕੇ ਵੀ ਹੋ ਸਕਦੇ ਹੋ, ਪਰਮਨੈਂਟ ਰੈਜ਼ੀਡੈਂਟ ਵੀ ਹੋ ਸਕਦੇ ਹੋ। ਸੋ ਮੈਂ ਕਾਲਰ ਨੂੰ ਕਹੂੰਗਾ ਸਾਡੇ ਆਫਿਸ ਨੂੰ ਕਾਲ ਕਰ ਸਕਦੇ ਨੇ ਜੀ, ਨੰਬਰ ਸਕਰੀਨ ਤੇ ਆ ਰਹੇ ਨੇ, ਮੇਰੇ ਨਾਲ ਅਪਾਇੰਟਮੈਂਟ ਬਣਾ ਦੇਣਗੇ, ਉਸ ਤੋਂ ਬਾਅਦ ਉਹਨਾਂ ਬਾਰੇ ਡਿਸਕਸ਼ਨ ਕੀਤਾ ਜਾ ਸਕਦਾ ਹੈ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਅਸੀਂ ਟੋਰਾਂਟੋ ਤੋਂ ਬੋਲ ਰਹੇ ਹਾਂ ਜੀ। ਦੱਸੋ ਜੀ ਕੀ ਸਵਾਲ ਹੈ? ਸਾਡੀ ਕੁੜੀ ਦੇ ਨਾ ਉੱਥੇ ਫੀਸ ਭਰੀ ਹੋਵੇ 2 ਮਹੀਨੇ ਜੀ ਸਾਰੀ ਪੜ੍ਹਨ ਵਾਸਤੇ ਇੱਥੇ ਆਉਣਾ ਸੀਗਾ, ਤੇ ਹਜੇ ਉਹਨੂੰ ਕੋਈ ਵੀਜ਼ਾ ਮਿਲਿਆ ਨਹੀਂ ਜੀ। ਹਾਂਜੀ, ਫੀਸ ਭਰਨ ਨਾਲ ਤਾਂ ਤੁਸੀਂ ਕਾਲਜ ਦੀ ਫੀਸ ਭਰੀ ਹੈਗੀ ਹੈ, ਤੇ ਉਦੋਂ ਬਾਅਦ ਕਾਲਜ ਨੇ ਐਡਮਿਟੈਂਸ ਲੈਟਰ ਦੇਣਾ, ਫਿਰ ਤੁਸੀਂ ਐਪਲੀਕੇਸ਼ਨ ਦਾਖਲ ਕਰਨੀ ਹੈ। तो फीस भरने नाल वीज़ा नहीं मिलता हैगा जी। ਮੈਨੂੰ ਲੱਗਦਾ ਤਰਨ ਆਪਣੇ ਕੋਲ ਵਕਤ ਵੀ ਘੱਟ ਰਹਿ ਗਿਆ। ਮੈਂ ਤੁਹਾਨੂੰ ਐਡਵਾਈਸ ਕਰਦਾ ਜੀ ਤੁਸੀਂ ਸਾਡੇ ਆਫਿਸ ਨੂੰ ਕਾਲ ਕਰੋ ਤਾਂ ਕਿ ਜਿਹੜੇ ਤੁਹਾਡਾ ਰਿਲੇਟਿਵ ਹੈਗਾ ਉਹਦੇ ਨਾਲ ਗੱਲ ਕੀਤੀ ਜਾ ਸਕੇ, ਕਿਉਂਕਿ ਤੁਹਾਡੇ ਕੋਲ ਸ਼ਾਇਦ ਪੂਰੀ ਜਾਣਕਾਰੀ
ਨਹੀਂ ਹੈਗੀ ਹੈ। ਬਿਲਕੁਲ ਜੀ। ਤੇ ਸਰ ਇੱਕ ਆਖਰੀ ਸਵਾਲ ਇਹ ਹੈ ਮੇਰਾ ਕਿ ਜਿਹੜਾ ਇਸ ਵਕਤ ਸਰਕਾਰ ਨੇ ਇੱਕ ਲੇਟੈਸਟ ਇਸ ਵਕਤ ਇਮੀਗ੍ਰੇਸ਼ਨ ਮਿਨਿਸਟਰ ਦੀ ਸਟੇਟਮੈਂਟ ਆਈ ਹੈ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਐਕਸਟਰਾ ਪੁਆਇੰਟਸ ਉਹਨਾਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੂੰ ਫ੍ਰੈਂਚ ਆਉਂਦੀ ਹੋਵੇ। ਸੋ ਇਹਦਾ ਕੀ ਬੈਨੀਫਿਟ ਜਾਂ ਇਹਦਾ ਕੀ ਤੁਹਾਨੂੰ ਲੱਗਦਾ ਹੈ ਕਿ ਡਰਾਬੈਕ ਹੋ ਸਕਦਾ ਆ? ਤਰਨ ਇੱਕ ਸਰਟਨ ਨੰਬਰ ਹੈਗਾ ਜਿਹੜਾ ਕਰੀਬਨ 4% ਦੇ ਨੇੜੇ ਹੈਗਾ ਜਿਹੜਾ ਕਿ ਜ਼ਰੂਰੀ ਹੈਗਾ ਕਿ ਫ੍ਰੈਂਚ ਸਪੀਕਿੰਗ ਲੋਕ ਆਉਣ ਤੇ ਅੱਗੇ ਨਾਲੋਂ ਇਹ ਗੱਲ 'ਚ ਫਰਕ ਵੀ ਪਿਆ ਪਰ ਉਹ ਬਾਹਰ ਜਿਹੜਾ ਨੰਬਰ ਹੈ ਉਹ ਉਹਨਾਂ ਨਹੀਂ ਮਿਲ ਰਿਹਾ ਹੈਗਾ। ਸੋ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਫ੍ਰੈਂਚ ਸਪੀਕਿੰਗ ਲੋਕ ਨੇ ਉਹਨਾਂ ਨੂੰ ਐਕਸਪ੍ਰੈਸ ਐਂਟਰੀ 'ਚ 15 ਨੰਬਰ ਦੇ ਨੇੜੇ ਵਾਧੂ ਦਿੱਤੇ ਜਾਣ ਤੇ ਜਿਹੜੇ ਬਾਈਲਿੰਗੁਅਲਸ ਨੇ ਜਿਨ੍ਹਾਂ ਨੂੰ ਫ੍ਰੈਂਚ ਤੇ ਅੰਗਰੇਜ਼ੀ ਦੋਵੇਂ ਆਉਂਦੀ ਹੈ ਉਹਨਾਂ ਨੂੰ ਹੋਰ ਵੀ ਜ਼ਿਆਦਾ ਪੁਆਇੰਟ ਨੇ ਜਿਹੜੇ ਦਿੱਤੇ ਜਾਣਗੇ। ਸੋ ਇਹਦੇ ਨਾਲ ਕੀ ਹੋਊਗਾ ਜੀ, ਇੱਕ ਤਾਂ ਸਕੋਰ ਹੈ ਜਿਹੜਾ ਉਹ ਵਧੂਗਾ ਕਿਉਂਕਿ ਕੰਪੀਟੀਸ਼ਨ ਆਫ ਕੋਰਸ ਵੱਧ ਜਾਣਾ ਹੈਗਾ ਤੇ ਦੂਜਾ ਉਹਨਾਂ ਮੁਲਕਾਂ ਦੇ ਲੋਕਾਂ ਨੂੰ ਫਾਇਦਾ ਜ਼ਰੂਰ ਹੋਊਗਾ ਜਿਹੜੇ ਫ੍ਰੈਂਚ ਸਪੀਕਿੰਗ ਹੈਗੇ ਨੇ। ਹੁਣ ਨਾਰਥ ਅਫਰੀਕਨ ਕੰਟਰੀਜ਼ ਨੇ ਜਾਂ ਜਿੱਥੇ ਪੁਰਾਣੀਆਂ ਫ੍ਰੈਂਚ ਕਾਲੋਨੀਜ਼ ਨੇ ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਜਿਹੜਾ ਫਾਇਦਾ ਮਿਲੂਗਾ ਪਰ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਕਿ ਸਕੋਰ ਨੇ ਹੋਰ ਵੱਧ ਜਾਣ। ਜੀ ਬਿਲਕੁਲ। ਤੇ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਲਾਸਟਲੀ ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਜੀ ਕਿ ਇਮੀਗ੍ਰੇਸ਼ਨ ਲਾਅ ਹੈਗਾ, ਇਮੀਗ੍ਰੇਸ਼ਨ ਸਰਵਿਸ ਨਹੀਂ ਹੈਗੀ ਆ। ਸੋ ਜਦੋਂ ਵੀ ਕੋਈ ਤੁਸੀਂ ਸਲਾਹ ਮਸ਼ਵਰਾ ਕਰਨਾ ਹੋਵੇ ਤਾਂ ਕਾਨੂੰਨ ਦੇ ਜਾਣਕਾਰ ਤੋਂ ਹੀ ਉਹਦੀ ਸਲਾਹ ਮਸ਼ਵਰਾ ਕੀਤਾ ਜਾਵੇ। ਜੀ ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਆਉਣ ਦੇ ਲਈ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀਆਂ ਕਾਲਸ ਐਕਸੈਪਟ ਨਹੀਂ ਅਸੀਂ ਕਰ ਪਾਏ, ਨਹੀਂ ਲੈ ਸਕੇ ਤਾਂ ਉਹਦੇ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਉਮੀਦ ਕਰਦੇ ਹਾਂ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਕਾਫੀ ਜਾਣਕਾਰੀ ਮਿਲੀ ਹੋਣੀ ਹੈ, ਖਾਸ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।